वाहिगुरु जी का खालसा वाहिगुरु जी की फतेह। सतगुरां दे पावन चरना कमलों विच बेअंत श्रद्धा दे सहत शाम दे दीवाना विच आप जी जुड़ बैठे हो। ये शुभ घड़ियां सतगुरां दी दया दृष्टि द्वारा प्राप्त होईयां ने। आओ जिन्ना भी समा सतगुरां दी कृपा सदका प्राप्त हो रहा है, सफला बनाइए। कल शाम दे दीवाना विच आप जी ने सरवण कीता पातशाह पातशाह गुरु नानक साहिब। मदीने की धरती ते पहुंचे ने भाई मरदाना जी की भावना नूं जाणदे होए सतगुरां दे चरनां दे विच खड़ावां पाईयां ने। भाई मरदाना जी वेखण आए ने मुहम्मद दी कबर। कबर तो थोड़ी दूर गुरु नानक साहब जी कंपलैक्स विच बैठ गए ने, चरनां विच खड़ावां ने। जदों कुछ मुल्लियां ने वेखिया रौला पा लिया, ये काफर लोग कौन ने जिन्हां नूं इन्नी मत नहीं भी रसूल दे घर दे विच खड़ावां पा के नहीं आईदा। इकट्ठे होके काजी मुल्ला गुरु नानक साहब जी दे चौगिरदे हो गए, वध घट बोलते आ। तुहानू नहीं पता ये मुहम्मद साहब दा घर है, उन्हां दी कबर है। गुरु नानक साहब सच्चे पातशाह जी ने उस वेले उन्हां दे परथाए श्री राग दी रचना दे विच शब्द उचारण किया। जिस शब्द द्वारा सतगुरु जी घर टिकाणा ते मुकाम दसदे आ, क्योंकि इस्लाम दे विच असली घर मन्निया जांदा है कबर नूं। बेकद ने असी अपने असल घर जाना है। जिंदगी दीयां रातां अंत तो बाद कब्रस्तान विच बतीत होणगीਆਂ, पर गुरु साहब कहंदे इत्थे कुछ भी स्थिर नहीं, कुछ भी टिकिया होया नहीं। दुनिया दे परथाए सतगुरां ने बचन आखे सी, दुनिया कैस मुकामे। इन्हां सारे शब्दां नूं बड़े विस्तार सहित आप जी ने सरवण कीता। 3 बंदे आपां कल सरवण कीते, अज भी कृपा करदे आ। किवें मदीने दे हाजी मुल्ले मौलवियां नूं साहब जी अपनी अमृत बाणी द्वारा निहाल करदे ने। आओ गुर शब्द का आनंद माणीए, पाओ प्रेम की सांझ गज वज के आखो सतनाम श्री वाहिगुरु साहिब जी। सतनाम श्री वाहिगुरु साहिब जी। सुर सिद्ध गन गंधर्व मुन जन। गुरु नानक साहिब श्री राग द्वारा कृपा करते ने। सुर देवते, सिद्ध 84 पुरुष, मुन मुनि लोग तपस्या करने वाले, जन भगती वाले, ये जिन्ने भी लोग ने ये सब अपने अपने लोक नूं पक्का करना चाहुंदे आ। ये तो पहला सतगुरां ने लिखिया सी, पंडित बखाने पोथियां
ਸਿੱਧ ਕਹਿ ਹੈ ਦੇਵ ਸਥਾਨ, ਸਿੱਧ ਬੈਠੇ ਆ ਦੇਵਲਾਂ ਦੇ ਵਿੱਚ ਜਾ ਕੇ, ਗੁਫਾਵਾਂ ਦੇ ਵਿੱਚ ਜਾ ਕੇ। ਸ਼ਾਇਦ ਮੌਤ ਤੋਂ ਬਚ ਜਾਵਾਂਗੇ, ਪੰਡਤ ਪੋਥੀਆਂ ਖੋਲ੍ਹ ਕੇ ਬੈਠਾ, ਸ਼ਾਇਦ ਜ਼ਿੰਦਗੀ ਦਾ ਟਿਕਾਣਾ ਇਹੀ ਹੋਏਗਾ। ਗੁਰੂ ਨਾਨਕ ਸਾਹਿਬ ਕਹਿੰਦੇ ਦੁਨੀਆ ਭਾਈ ਝੂਠੀ ਹੈ, ਚਲਾਏਮਾਨ ਹੈ, ਇੱਥੇ ਕੁਝ ਵੀ ਸਦਾ ਨਹੀਂ ਰਹਿੰਦਾ। ਆਪਾਂ ਜਿੰਨੇ ਬੈਠੇ ਆ, ਕਦੇ ਆਪਾਂ ਵੀ ਬੱਚੇ ਸੀ, ਛੋਟੇ ਛੋਟੇ ਬੱਚਿਆਂ ਵਾਂਗੂ ਖੇਡਦੇ ਸੀ, ਰੋਂਦੇ ਸੀ, ਹੱਸਦੇ ਸੀ। ਅੱਜ ਬਚਪਨਾ ਨਹੀਂ ਆ ਕੋਲ। ਕਦੇ ਆਪਾਂ ਸਭ ਜਵਾਨ ਸੀ, ਅੱਜ ਬੁਢਾਪਾ ਹੈ, ਪਰ ਜਵਾਨੀ ਕੋਲੇ ਨਹੀਂ ਹੈ, ਵਾਪਸ ਮਿਲ ਨਹੀਂ ਸਕਦੀ। ਤੇ ਨਾ ਉਹ ਵੇਲੇ ਆ ਸਕਦੇ ਕੋਲੇ, ਨਾ ਉਹ ਵਕਤ ਆਇਆ। ਪਰ ਭਗਤੀ ਕਦੋਂ ਹੋਈ? ਜੇ ਵੇਲਾ ਵਕਤ ਵਿਚਾਰੀ ਹੈ ਤਾਂ ਕਿਤ ਵੇਲਾ ਭਗਤ ਹੋਏ। ਬੰਦੇ ਨੇ ਹਮੇਸ਼ਾ ਵਕਤ ਵਿਚਾਰਿਆ ਰੱਬ ਨੂੰ ਮਿਲਣ ਵਾਸਤੇ। ਸਾਹਿਬ ਕਹਿੰਦੇ ਰੱਬ ਨੂੰ ਮਿਲਣ ਲਈ ਕੋਈ ਉਮਰ ਤੈਅ ਨਹੀਂ। ਗੁਰੂ ਕਰਨ ਵਾਸਤੇ ਕੋਈ ਇਹ ਨਹੀਂ ਵੀ ਇੰਨੀ ਉਮਰ ਦਾ ਬੰਦਾ ਹੀ ਜੁੜ ਸਕਦਾ ਤੇ ਇੰਨੀ ਵਾਲਾ ਰਿਟਾਇਰ ਹੋ ਜਾਊਗਾ। ਉੱਤੇ 5 ਸਾਲਾਂ ਦੇ ਧਰੂ ਪ੍ਰਹਿਲਾਦ ਨੇ ਵੀ ਭਗਤੀ ਕਰਕੇ ਰੱਬ ਨੂੰ ਪ੍ਰਾਪਤ ਕਰ ਲਿਆ। ਭਾਵੇਂ ਬੁੱਢਾ ਭਾਵੇਂ ਜਵਾਨ ਹੈ, ਪਰ ਰਹਿਣਾ ਸਦਾ ਕਿਸੇ ਨੇ। ਦੁਨੀਆ ਕੈਸ ਮੁਕਾਮੇ। ਮਹਾਰਾਜ ਕਹਿੰਦੇ ਆ ਸਾਡਾ ਕੋਈ ਟਿਕਾਣਾ ਨਹੀਂ, ਮਨੁੱਖ ਦਾ ਅਸਲ ਟਿਕਾਣਾ ਉਹਦਾ ਨਿਜ ਘਰ। ਦੁਨੀਆ ਦੇ ਮਕਾਨ ਮਹਿਲ ਬਣਦੇ ਢਾਂਦੇ ਰਹਿੰਦੇ ਨੇ, ਵੱਡੇ ਵੱਡੇ ਕਿਲੇ ਢਹਿ ਗਏ, ਢਹਿ ਜਾਣਗੇ। ਜਿਨ੍ਹਾਂ ਦਾ ਬੰਦਾ ਮਾਣ ਕਰੀ ਫਿਰਦਾ ਹੈ, ਸਾਹਿਬਾਨ ਨੇ ਸਪਸ਼ਟ ਲਿਖਿਆ ਹੋਇਆ ਰਾਗ ਤਲੰਗ ਵਿੱਚ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ। ਅੱਗੇ ਕੀ ਲਿਖਦੇ ਆ? ਮਮ ਸਰ ਹੁਏ ਅਜ਼ਰਾਈਲ ਗ੍ਰਿਫਤ ਹੈ, ਦਿਲ ਹੇਜ ਨਾਦਾਨੀ। ਗੁਰੂ ਸਾਹਿਬ ਕਹਿੰਦੇ ਦੁਨੀਆ ਤੇ ਝੂਠੀ ਹੈ, ਸੱਚੀ ਨਹੀਂ ਹੈ। ਉਹ ਹਰ ਇੱਕ ਮਨੁੱਖ ਦੇ ਸਿਰ ਤੇ ਅਜ਼ਰਾਈਲ ਮੌਤ ਦੇ ਫਰਿਸ਼ਤੇ ਦਾ ਪਹਿਰਾ ਲੱਗਿਆ ਹੋਇਆ। ਦੁਨੀਆ ਦੇ ਮਹਿਲਾਂ ਨੂੰ ਪਤਾ ਨਹੀਂ ਵੇਖਣਾ ਨਹੀਂ ਵੇਖਣਾ। ਜਦੋਂ ਮੌਤ ਆ ਗਈ ਨਾ, ਇਹ ਨਹੀਂ ਕਹਿੰਦਾ ਮੈਨੂੰ ਘਰ ਜਾ ਆਉਣ ਦਿਓ, ਪਤਨੀ ਨਾਲ ਗੱਲ ਕਰ ਲੈਣ ਦਿਓ, ਮਾਪਿਆਂ ਨੂੰ ਮਿਲ ਲੈਣ ਦਿਓ। ਉਹ ਤੇ ਇਹਨੂੰ ਵੀ ਦੱਸਦੀ ਨਹੀਂ ਜਦੋਂ ਲੈ ਕੇ ਜਾਂਦੀ ਹੈ। ਸਤਿਗੁਰ ਕਹਿੰਦੇ ਜਿੰਨੇ ਸਿੱਧ ਮੁਨ ਜਨ ਦੇਵਤੇ ਨੇ ਭਾਈ, ਇਹ ਸਾਰੇ ਕਾਲ ਦੇ ਵਸ ਨੇ, ਮੌਤ ਦੇ ਵਸ ਨੇ। ਕੋਈ ਇਹ ਤੇ ਦੱਸੇ ਵੀ ਫਲਾਣਾ ਦੇਵਤਾ ਮੌਤ ਵਿੱਚ ਨਹੀਂ ਆਇਆ। ਜਿੰਨੇ ਆਏ ਸਭ ਤੁਰ ਗਏ, ਸਭ ਨੇ ਤੁਰ ਜਾਣਾ ਏ। ਸੇਖ ਪੀਰ ਸਲਾਰ, ਸੇਖ ਪੀਰ ਸਲਾਰ, ਵੱਡੇ ਵੱਡੇ ਸ਼ੇਖ ਲੋਕ ਉਹ ਵੀ ਮਰਦੇ ਆ। ਭਾਵੇਂ ਅੱਜ ਕੋਈ ਦੁਬਈ ਦਾ ਸ਼ੇਖ ਹੈ, ਅਰਬ ਦਾ ਸ਼ੇਖ ਹੈ, ਅਰਬਾਂ ਖਰਬਾਂ ਡਾਲਰਾਂ 'ਚ ਖੇਡੇ, ਕਾਰਾਂ ਵੀ ਸੋਨੇ ਦੀਆਂ ਬਣਾ ਲਏ ਤੇ ਮਹਿਲ ਵੀ ਸੋਨੇ ਦੇ, ਮਰਨਾ ਪੈਂਦਾ। ਵੱਡੇ ਵੱਡੇ ਪੀਰ ਜਿਨ੍ਹਾਂ ਨੂੰ ਲੋਕ ਵੱਡੇ ਔਲੀਏ ਮੰਨਦੇ ਆ, ਪੀਰ ਸਲਾਰ, ਸਿਫਤ ਸਲੌਤਾ ਕਰਨ ਵਾਲੇ ਦੁਨੀਆ ਦੀ, ਸਲਾਹਾਂ ਦੇਣ ਵਾਲੇ ਰਾਜੇ ਮਹਾਰਾਜਿਆਂ ਦੇ ਵਜ਼ੀਰ, ਸਭਨਾ ਮਰਨਾ ਆਇਆ, ਸਭਨਾ ਹੀ ਮਰ ਜਾਣਾ ਏ। ਦਰ ਕੂਚ ਕੂਚਾ ਕਰ ਗਏ। ਸਾਹਿਬ ਕਹਿੰਦੇ ਦਰ ਕੂਚ ਕੂਚਾ ਕਰ ਗਏ, ਆਪਣੇ ਆਪਣੇ ਦਰਵਾਜ਼ੇ ਤੋਂ ਕੂਚ ਕਹੀਏ ਤੁਰ ਗਏ, ਕਈਆਂ ਕੂਚਾ ਕਹੀਏ ਤੁਰ ਜਾਣਾ। ਕੀਲੇ ਕਿਹਦੇ ਗੱਡੇ ਦੁਨੀਆ ਤੇ? ਅੱਜ ਤੋਂ 20 ਸਾਲ ਪਹਿਲਾਂ ਵੀ ਕੋਈ ਸੀ, 5 ਸਾਲ ਪਹਿਲਾਂ ਵੀ ਕੋਈ ਸੀ, 5-10 ਸਾਲਾਂ ਬਾਅਦ ਵੀ ਕੋਈ ਹਉਮੈ ਚਾਖੇਗਾ ਮੇਰੇ ਵਰਗਾ ਕੋਈ ਨਹੀਂ। ਅੱਜ ਵੀ ਕਈਆਂ ਨੂੰ ਆਪਣੇ ਆਪ ਦਾ ਹੰਕਾਰ ਬੜਾ, ਮੇਰੇ ਵਰਗਾ ਅਮੀਰ ਕੋਈ ਨਹੀਂ, ਦਾਨਿਸ਼ਵੰਦ ਕੋਈ ਨਹੀਂ। ਪਰ ਇਹ ਤੇ ਦੁਨੀਆ 'ਚ ਚੱਲਦਾ ਰਿਹਾ ਜਿਵੇਂ ਖੂਹ ਦੀਆਂ ਟਿੰਡਾਂ ਚੱਲਦੀਆਂ, ਰੁਕਦੀਆਂ ਨਹੀਂ ਨਾ। ਇਹ 84 ਦਾ ਚੱਕਰ ਚੱਲਦਾ ਹੈ, ਦੁਨੀਆ ਆਉਂਦੀ ਹੈ ਜਾਂਦੀ ਰਹਿੰਦੀ ਹੈ, ਸਦਾ ਕੋਈ ਰਿਹਾ ਨਹੀਂ। ਫਰੀਦਾ ਜਿਸ ਆਸਣ ਹਮ ਬੈਠੇ ਕੀਤੇ ਵੈਸ ਗਿਆ। ਪਹਿਲਾਂ ਕੀ ਕਹਿੰਦੇ ਆ? ਸ਼ੇਖ ਹਯਾਤੀ ਜਗ ਨਾ ਕੋਈ ਤੇ। ਕਹਿੰਦੇ ਇਸ ਜੱਗ ਤੇ ਕੋਈ ਟਿਕਿਆ ਹੀ ਨਹੀਂ, ਟਿਕਣਾ ਕਿਸੇ ਨਹੀਂ। ਮਰਦ ਕਹਿੰਦੇ ਸ਼ੇਖ ਪੀਰ ਸਲਾਰ ਕਿੰਨੇ ਵੀ ਵੱਡੇ ਹੋਣ, ਤੁਸੀਂ ਕਹਿੰਦੇ ਹੋ ਪੈਗੰਬਰ ਦਾ ਘਰ ਹੈ, ਇੱਧਰ ਪੈਰ ਨਾ ਕਰੋ। ਸਾਹਿਬ ਕਹਿੰਦੇ ਉਹ ਕਬਰ ਵਿੱਚ ਹੈ।
ਜੇ ਤੁਹਾਡਾ ਪੈਗੰਬਰ ਰੱਬ ਹੈ ਤੇ ਫਿਰ ਇੱਕ ਕਬਰ ਦਾ ਮਾਲਕ ਕਿਉਂ ਆਖੋ ਸਤਿਨਾਮ। ਉਹ ਤੇ ਸ੍ਰਿਸ਼ਟੀ ਦਾ ਮਾਲਕ ਹੈ। ਪਰਮਾਤਮਾ ਤੇ ਪੂਰੀ ਮਨੁੱਖਤਾ ਬ੍ਰਹਿਮੰਡ ਦਾ ਵਾਰਸ ਹੈ। ਅਵਰੇ ਭੀ ਚੱਲਣ ਹਾਰ। ਸਾਹਿਬ ਕਹਿੰਦੇ ਅਵਰੇ ਭੀ ਚੱਲਣ ਹਾਰ, ਜੋ ਦੁਨੀਆ ਤੇ ਦਿਸਦਾ ਏ ਸਭ ਨੇ ਤੁਰ ਜਾਣਾ। ਰਿਹਾ ਕੌਣ ਆ ਇੱਥੇ? ਹਰ ਪਰਿਵਾਰ ਖਾਨਦਾਨ ਦਾ ਕੋਈ ਦਾਦਾ ਸੀ, ਕਿਸੇ ਦਾ ਕੋਈ ਪਿਓ ਸੀ, ਕਿਸੇ ਦਾ ਕੋਈ ਪੜਦਾਦਾ ਸੀ। ਅੱਜ ਕਿਉਂ ਨਹੀਂ ਨੇ? ਕਿਉਂਕਿ ਜਾਣ ਦਾ ਵੇਲਾ ਆ ਗਿਆ। ਵਾਰੀ ਸਿਰ ਤੁਰੇ ਜਾਂਦੇ ਆ। ਜਿੰਨੇ ਮਨੁੱਖ ਜਨਮ ਲੈਂਦੇ ਆ ਉਹ ਤੋਂ ਦੁੱਗਣੀ ਮੌਤ ਦੀ ਦਰ ਹੁੰਦੀ ਹੈ। ਸਮਾਜ ਰੀਸਾਈਕਲ ਹੋ ਰਿਹਾ ਹੈ, ਸ੍ਰਿਸ਼ਟੀ ਹਮੇਸ਼ਾ ਚੱਲੀ ਜਾਂਦੀ ਹੈ। ਜਿੰਨੇ ਜੰਮੀ ਜਾਂਦੇ ਉਹਨੇ ਮਰੀ ਵੀ ਜਾਂਦੇ। ਜਿੰਨੇ ਰੋਗ ਫੈਲ ਗਏ, ਬਿਮਾਰੀਆਂ ਫੈਲ ਗਈਆਂ, ਉਹਨੇ ਲੋਕ ਵੱਧ ਵੀ ਰਹੇ ਆ। ਪਰ ਗੁਰੂ ਸਾਹਿਬ ਕਹਿੰਦੇ ਟਿਕਣਾ ਟੁਕਣਾ ਕਿਸੇ ਨੇ ਨਹੀਂ। ਤੁਸੀਂ ਇਹਨੂੰ ਰੱਬ ਦਾ ਘਰ ਕਹਿੰਦੇ ਹੋ? ਨਹੀਂ ਭਾਈ, ਘਰ ਤੇ ਉਹਨੂੰ ਕਿਹਾ ਜਾਂਦਾ ਜਿੱਥੇ ਬਹਿ ਕੇ ਕਿਸੇ ਦਾ ਦਾਬਾ ਨਾ ਹੋਵੇ। ਬੇਸ਼ੱਕ ਆ ਸਾਡੇ ਘਰ ਨੇ, ਆਪਣੇ ਘਰ ਨੇ, ਆਪਾਂ ਆਪਣੇ ਘਰ ਦੇ ਵਿੱਚ ਵੀ ਕਿਰਾਏਦਾਰ ਜੇ ਰੱਖਿਆ ਨਾ, ਉਹਦੀ ਮਰਜ਼ੀ ਤੋਂ ਬਿਨਾਂ ਉੱਪਰ ਨਹੀਂ ਚੜ ਸਕਦੇ। ਘਰ ਭਾਵੇਂ ਸਾਡਾ ਹੈ, ਪਰ ਅਗਲਾ ਕਹਿੰਦਾ ਜੀ ਮੈਂ ਰੈਂਟ ਦੇਣਾ, ਤੁਸੀਂ ਕੌਣੋਂ ਪੈਰ ਰੱਖਣ ਵਾਲੇ? ਬਿਨਾਂ ਰਿੰਗ ਕਰਿਆ ਤੁਸੀਂ ਉੱਤੇ ਨਹੀਂ ਆ ਸਕਦੇ। ਆਪਣੇ ਘਰ 'ਚ ਬਿਨਾਂ। ਗੁਰੂ ਸਾਹਿਬ ਕਹਿੰਦੇ ਇਹਨਾਂ ਘਰਾਂ ਦੇ ਵਿੱਚ ਤੂੰ ਰਹਿੰਦਾ ਤੇ ਹੈ ਪਰ ਤੇਰੇ ਨਹੀਂ। ਆ ਸਰੀਰ ਘਰ ਵੀ ਤੇਰਾ ਨਹੀਂ, ਆ ਬਿਲਡਿੰਗ ਵੀ ਤੇਰੀ ਨਹੀਂ, ਕਿਉਂਕਿ ਬੜਿਆਂ ਨੇ ਖਰੀਦੇ ਤੇ ਬੜਿਆਂ ਨੇ ਵੇਚੇ। ਤੁਸੀਂ ਕਹਿੰਦੇ ਮੁਹੰਮਦ ਸਾਹਿਬ ਦੀ ਕਬਰ ਬਣੀ ਹੈ, ਪੱਕਾ ਮੁਕਾਮ ਹੈ, ਪੱਕਾ ਟਿਕਾਣਾ ਹੈ। ਸਾਹਿਬ ਕਹਿੰਦੇ ਕਿਸੇ ਦਾ ਕੋਈ ਟਿਕਾਣਾ ਨਹੀਂ। ਇੱਥੇ ਬੜਿਆਂ ਦਾ ਨਾਮ ਹੋਇਆ ਤੇ ਬੜਿਆਂ ਦਾ ਹੁੰਦਾ ਰਹਿਣਾ। ਘਰ ਬੇਸ਼ੱਕ ਸਾਡਾ ਹੈ, ਬਿਜਲੀ ਦਾ ਬਿੱਲ ਨਹੀਂ ਭਰਾਂਗੇ ਤੇ ਅਗਲੇ ਮੀਟਰ ਲਾ ਕੇ ਲੈ ਜਾਣਗੇ। ਪਾਓ ਰੌਲਾ ਮੇਰਾ ਘਰ ਹੈ। ਇਨਕਮ ਟੈਕਸ ਨਹੀਂ ਭਰਦੇ, ਹਾਊਸ ਦਾ ਰੈਂਟ ਨਹੀਂ ਭਰਦੇ, ਹੋਰ ਬੜੇ ਤਰ੍ਹਾਂ ਦੇ ਟੈਕਸ ਘਰਾਂ ਤੇ ਲੱਗਦੇ ਆ। ਭਰਨੇ ਬੰਦ ਕਰ ਦਿਓ ਵੀ ਤੇ ਮੇਰਾ ਹੈ। ਮੈਂ ਕਿਉਂ? ਆਪਣੀ ਮਰਜ਼ੀ ਨਾਲ ਕੰਧ ਕੱਢ ਕੇ ਵਿਖਾਓ, ਕਿਉਂਕਿ ਮੇਰਾ ਘਰ ਹੈ। ਆਪਣੀ ਮਰਜ਼ੀ ਨਾਲ ਵੱਧ ਮੰਜ਼ਿਲਾਂ ਛੱਤ ਕੇ ਵਿਖਾਓ, ਕਿਉਂਕਿ ਮੇਰਾ ਘਰ ਹੈ। ਕੁਝ ਨਹੀਂ ਕਰ ਸਕਦੇ। ਦੁਨਿਆਵੀ ਤੌਰ ਤੇ ਵੀ ਇਹ ਘਰ ਸਾਡੇ ਨਹੀਂ। ਜੇ ਸਾਡਾ ਘਰ ਹੈ ਤੇ ਰਜਿਸਟਰੀ ਦੀ ਲੋੜ ਕਿਉਂ? ਪੈਸੇ ਕਿਉਂ ਖਰਚੇ? ਜਿਹਨੂੰ ਮਰਜ਼ੀ ਲੈ ਕੇ ਦੇ ਦਈਏ, ਜਾ ਲੈ ਜਾ। ਉੱਥੇ ਵੀ ਸਰਕਾਰੀ ਫੀਸਾਂ ਲੱਗਦੀਆਂ, ਸਿਰਫ ਰਹਿਣ ਬਸੇਰਾ ਨੇ। ਦੁਨਿਆਵੀ ਤੌਰ ਤੇ ਵੀ ਆਪਣਾ ਘਰ ਆਪਣਾ ਨਹੀਂ ਹੈ। ਕੱਲ ਪਿਓ ਦੇ ਨਾਂ ਤੇ ਸੀ, ਅੱਜ ਪੁੱਤ ਦੇ ਨਾਂ ਤੇ ਆ, ਕੱਲ ਪੋਤੇ ਦਾ ਹੋਏਗਾ, ਪਰਸੋਂ ਕਿਸੇ ਹੋਰ ਦਾ ਹੋਏਗਾ। ਸਾਹਿਬ ਕਹਿੰਦੇ ਤੁਸੀਂ ਕਹਿੰਦੇ ਹੋ ਵੀ ਮੁਹੰਮਦ ਸਾਹਿਬ ਦੀ ਕਬਰ ਹੈ। ਜਿਉਂਦੇ ਜੀ ਬੰਦਾ ਆਪਣੇ ਘਰ ਤੇ ਮਾਣ ਨਹੀਂ ਜਤਾ ਸਕਦਾ। ਅੱਜ ਕਿੰਨੇ ਤੁਹਾਨੂੰ ਹੋਮਲੈਸ ਲੋਕ ਮਿਲਦੇ ਆ ਜੀ ਸੜਕਾਂ, ਕੋਠੀਆਂ ਦੇ ਮਾਲਕ, ਕਨਾਲ ਕਨਾਲ ਦੀਆਂ ਕੋਠੀਆਂ ਨੇ, ਧੀ ਪੁੱਤ ਕੋਈ IAS ਲੱਗਾ, ਕੋਈ ਕੁਛ ਲੱਗਾ, ਸੜਕਾਂ ਤੇ ਟਾਈਮ ਕੱਟਦੇ ਆ, ਔਲਾਦ ਪੁੱਛਦੀ ਨਹੀਂ। ਸਾਰੀ ਜ਼ਿੰਦਗੀ ਕਮਾਇਆ, ਟੈਕਸ ਵੀ ਗਵਰਨਮੈਂਟ ਦੇ ਭਰੇ, ਅੱਜ ਮੰਗਣ ਬੈਠੇ ਆ। ਕਿਉਂ? ਕਿਉਂਕਿ ਕੋਈ ਆਪਣਾ ਨਹੀਂ ਹੈ। ਗੁਰੂ ਸਾਹਿਬ ਸਮਝਾਉਂਦੇ ਆ ਇਹਨਾਂ ਮੌਲਵੀਆਂ ਨੂੰ, ਕਹਿੰਦੇ ਕਿਉਂ ਝੱਲੇ ਹੋਏ ਫਿਰਦੇ ਹੋ? ਕਿਹੜਾ ਘਰ ਇੱਥੇ? ਕਿਹਨੇ ਰਹਿਣਾ ਇੱਥੇ? ਆਏ ਨੇ ਸਭ ਨੇ ਤੁਰ ਜਾਣਾ, ਕਿਉਂ ਮਾਣ ਚੱਕਿਆ ਏ। ਸੁਲਤਾਨ ਖਾਨ ਮਲੂਕੇ ਉਮਰੇ। ਅੱਗੇ ਬਚਨ ਕਰਦੇ ਨੇ ਸੁਲਤਾਨ। ਸੁਲਤਾਨ ਨਾਮ ਹੁੰਦਾ ਬਾਦਸ਼ਾਹ ਦਾ, ਖਾਨ ਨਾਮ ਹੁੰਦਾ ਏ ਜਿਹੜੇ ਉਹਨਾਂ ਦੇ ਸੰਤਰੀ ਹੁੰਦੇ ਆ, ਮੰਤਰੀ ਹੁੰਦੇ ਆ, ਵਜ਼ੀਰ ਹੁੰਦੇ ਆ। ਮਲੂਕ, ਮਲੂਕ ਕੌਣ ਹੈ ਜੀ? ਜਿਨ੍ਹਾਂ ਦੀ ਮਲਕੀਅਤ ਹੁੰਦੀ ਹੈ। ਮਲਕ ਲੋਕ, ਜਿਨ੍ਹਾਂ ਨੂੰ ਆਪਾਂ ਜ਼ਿਮੀਂਦਾਰ ਕਹਿ ਦਈਏ, ਜਾਂ ਜਿਨ੍ਹਾਂ ਦੇ ਕੋਲ ਜ਼ਗੀਰਾਂ ਹੁੰਦੀਆਂ ਵੱਡੀਆਂ ਵੱਡੀਆਂ, ਉਹ ਮਲੂਕ ਹੁੰਦੇ ਆ। ਅਗਲਾ ਬਚਨ ਸਾਹਿਬ ਨੇ ਲਿਖਿਆ ਉਮਰੇ, ਅਰਬੀ ਭਾਸ਼ਾ ਦੇ ਸ਼ਬਦ। ਉਮਰਾ ਕਹਿੰਦੇ ਆ ਅਮੀਰ। ਦੱਸੋ ਜੀ, ਅਮੀਰ ਲੋਕ ਨਹੀਂ ਮਰਦੇ? ਬਾਦਸ਼ਾਹ ਨਹੀਂ ਮਰਦੇ? ਰਾਜੇ ਮਹਾਰਾਜੇ ਨਹੀਂ ਮਰਦੇ? ਇੱਥੇ ਤੇ ਸਿਕੰਦਰ ਵਰਗੇ ਪੂਰੀ ਦੁਨੀਆ, 70% ਦੁਨੀਆ ਦਾ ਹਿੱਸਾ ਸਿਕੰਦਰ ਨੇ ਜਿੱਤਿਆ। ਪਰ ਜਿਸ ਨੂੰ ਮਰਿਆ ਜਨਾਜੇ ਤੋਂ ਹੱਥ ਆਪੀ ਬਾਹਰ ਕਰਾ ਲੇ, ਵੀ ਦੁਨੀਆ ਨੂੰ ਸਮਝ ਆ ਜੇ ਇੰਨੀਆਂ ਦੌਲਤਾਂ ਸ਼ੌਹਰਤਾਂ ਜਿੱਤਣ ਵਾਲਾ, ਅੱਧ ਤੋਂ ਵੱਧ ਦੁਨੀਆ ਤੇ ਰਾਜ ਕਰਨ ਵਾਲਾ, ਕੱਪਣੋਂ ਬਗੈਰ ਖਾਲੀ ਹੱਥ ਦੁਨੀਆ ਤੋਂ ਗਿਆ। ਤੋ ਸਤਨਾਮ। ਸੁਲਤਾਨ ਖਾਨ ਮਲਕ ਉਮਰੇ। ਸਾਹਿਬ ਕਹਿੰਦੇ ਕੋਈ ਇੱਕ ਤੇ ਦੱਸੋ ਜਿਹਦਾ ਟਿਕਾਣਾ ਪੱਕਾ, ਭਾਵੇਂ ਪੈਗੰਬਰ ਹੈ, ਕੋਈ ਗੁਰੂ ਹੈ, ਪੀਰ ਹੈ, ਔਲੀਆ ਹੈ, ਦੇਵਤਾ ਹੈ, ਸਿੱਧ ਹੈ, ਮੁਨੀ ਹੈ, ਸਾਧੂ ਹੈ, ਜਾਂ ਕੋਈ ਬ੍ਰਹਮ ਗਿਆਨੀ ਹੈ, ਦੱਸੋ ਕੌਣ ਦੀ ਮਰਦਾ? ਗਏ ਕਰ ਕਰ ਕੂਚ।
ਗਏ ਕਰ ਕਰ ਕੂਚ। ਸਾਹਿਬ ਕਹਿੰਦੇ ਆਏ ਸੀ, ਉਹ ਆਇਆ ਹੀ ਜਾਊਗਾ। ਇੱਥੇ ਆਏ ਹੋਏ ਆ ਅਸੀਂ ਦੁਨੀਆ ਤੇ, ਇੱਥੋਂ ਜਾਣਾ ਪੈਣਾ ਤੇ ਭੁਲੇਖਾ ਪਾਲਿਆ ਅਸੀਂ ਨਹੀਂ ਮਰਦੇ। ਸਭ ਕੁਝ ਸਾਡਾ। ਜਿਉਂ ਬੰਦਾ ਜਵਾਨੀ ਦੀ ਦਹਲੀਜ਼ ਤੋਂ ਬੁਢਾਪੇ ਵਾਲੇ ਪਾਸੇ ਵੱਧਦਾ, ਉਮਰ ਜ਼ਰੂਰ ਵੱਧਦੀ ਹੈ, ਉਮਰ ਦੇ ਨਾਲੋਂ 10 ਗੁਣਾ ਵੱਧ ਅੰਦਰ ਲਾਲਚ ਤੇ ਤਮਾ ਵੱਧਦੀ ਹੈ। ਬੱਚੇ ਨੂੰ ਲਾਲਚ ਨਹੀਂ ਹੈ, ਜਵਾਨ ਨੂੰ ਲਾਲਚ ਨਹੀਂ ਹੈ, ਜਿੰਨੀਆਂ ਠੱਗੀਆਂ ਠੋਰੀਆਂ ਤੇ ਬੁੱਢੇ ਹੋ ਜਾਂਦੇ ਆ। ਹੁਣ ਆਪਾਂ ਕਹਿੰਦੇ ਆ ਵੀ ਸਾਡੇ ਦੇਸ਼ 'ਚ ਕਰਪਸ਼ਨ ਹੈ। ਕਿਸੇ ਇੱਕ ਰਾਜਨੇਤਾ ਦਾ ਨਾਮ ਦੱਸ ਦਿਓ, ਕੋਈ ਨੌਜਵਾਨ ਹੋਵੇ ਜਿਹਦੀ ਕਰਪਸ਼ਨ ਬਹੁਤ ਹੋਵੇ, ਜਿੰਨੇ ਨੇ ਨਾ 50 ਤੋਂ ਲੈ ਕੇ 17 ਤੱਕ ਹੋਏ ਨਾ, ਉਹਦੇ ਢਿੱਡ ਨਹੀਂ ਭਰਦੇ। ਇਹੀ ਲੁੱਟੀ ਜਾਂਦੇ ਆ, ਇੱਕ ਤੋਂ ਇੱਕ ਬੁੱਢਾ ਆਉਂਦਾ ਦੇਸ਼ ਲੁੱਟਦਾ। ਤੇ ਅਸੀਂ ਕਹਿੰਦੇ ਆ ਸਿਆਣੇ ਪੋਲੀਟੀਸ਼ੀਅਨ, ਸਿਆਣੇ ਨਹੀਂ, ਉਹਨਾਂ ਨੂੰ ਤਮਾ ਲੱਗੀ ਹੈ, ਲਾਲਚ ਲੱਗਿਆ। ਇਹ ਵੀ ਪਤਾ ਕਿੰਨਿਆਂ ਦੇ ਸੰਸਕਾਰ ਕਰਦੇ ਆ, ਕਿੰਨਿਆਂ ਨੂੰ ਫੂਕਦੇ ਆ, ਕਿੰਨਿਆਂ ਨੂੰ ਦੱਬਦੇ ਆ ਵੀ ਆਏ ਸੀ ਏਦਾਂ ਹੀ ਤੁਰ ਗਏ ਆ। ਮਰਦ ਕਹਿੰਦੇ ਗਏ ਕਰ ਕਰ ਕੂਚ। ਛੱਡ ਕੇ ਸਰੀਰ ਦੁਨੀਆ ਤੋਂ ਸਭ ਨੇ ਤੁਰ ਜਾਣਾ, ਪਰ ਬੰਦਾ ਆਪਣੀ ਹਉਮੈ ਤੇ ਆਕੜ ਦਾ ਸੁਭਾਅ ਨਹੀਂ ਛੱਡਦਾ। ਹੰਕਾਰ ਚੁੱਕੀ ਫਿਰਦਾ ਹੈ। ਹੰਕਾਰ ਉਸ ਚੀਜ਼ ਦਾ ਕਰੀਦਾ ਜੋ ਸਦਾ ਕੋਲ ਹੋਵੇ। ਸਦਾ ਜਵਾਨੀ ਨਹੀਂ ਰਹਿੰਦੀ, ਹੰਕਾਰ ਕਰਦਾ। ਸਦਾ ਬੁਢਾਪਾ ਵੀ ਨਹੀਂ ਰਹਿੰਦਾ, ਸਦਾ ਸਰੀਰ ਵੀ ਨਹੀਂ ਰਹਿੰਦਾ, ਤੇ ਸਦਾ ਕੋਲੇ ਭੋਜਨ ਵੀ ਨਹੀਂ, ਤੇ ਸਦਾ ਕੋਲੇ ਚੰਗੇ ਪਦਾਰਥ ਵੀ ਨਹੀਂ। ਮਨ ਕਿਸ ਗੱਲ ਦਾ, ਸਾਂ ਆਇਆ ਨਾ ਆਇਆ। ਗੁਰੂ ਬਾਬਾ ਜੀ ਕਹਿੰਦੇ ਮੌਲਵੀਓ ਗਏ ਕਰ ਕਰ ਕੂਚ। ਜੋ ਇੱਥੇ ਆਏ ਉਹ ਤੁਰ ਗਏ ਨੇ, ਕਿਉਂਕਿ ਇਹ ਦੁਨੀਆ ਆਵਣ ਜਾਣਾ ਭਾਈ, ਇੱਥੇ ਟਿਕਦਾ ਨਹੀਂ ਕੋਈ। ਸਪਸ਼ਟ ਬਚਨ ਨੇ ਸਾਹਿਬਾਂ ਦੇ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਜੋ ਸੰਸਾਰ ਤੇ ਆਇਆ ਵਾਰੀ ਸਾਰਿਆਂ ਦੀ ਆਉਣੀ ਹੈ। ਮਤ ਕੋਈ ਭੁਲੇਖਾ ਰੱਖੇ ਵੀ ਮੈਂ ਅਜੇ ਤੇ ਉਮਰ ਕੱਢ ਜਾਏਗਾ, ਕੋਈ ਗੱਲ ਨਹੀਂ, ਪਰ ਜਾਣਾ ਜ਼ਰੂਰ ਹੈ। ਗੁਰੂ ਸਾਹਿਬ ਕਹਿੰਦੇ ਇੱਕ ਜਵਾਬ ਦੇ ਦਿਓ ਕਿਸੇ ਪੈਗੰਬਰ ਤੋਂ ਲੈ ਕੇ ਦੇਵਤੇ ਤੱਕ ਜੋ ਸਦਾ ਧਰਤੀ ਤੇ ਰਿਹਾ ਹੋਵੇ। ਘੜੀ ਮੋਹਿਤ ਕੇ ਚੱਲਣਾ। ਗੁਰੂ ਸਾਹਿਬ ਕਹਿੰਦੇ ਇੱਥੇ ਟਿਕਾਣਾ ਕਾਹਦਾ ਹੈ? ਘੜੀ ਮੋਹਿਤ ਕੇ ਚੱਲਣਾ। ਇੱਕ ਅੱਖ ਦਾ ਫਰਕ ਆ, ਇੱਕ ਘੜੀ, ਇੱਕ ਜਸਾ, ਇੱਕ ਪਲ ਦਾ ਭਰੋਸਾ ਨਹੀਂ। ਕਿਹਨੂੰ ਚੱਲਣਾ ਪੈ ਜੇ ਆਖੋ ਸਤਿਨਾਮ। ਚੰਗਾ ਭਲਾ ਹੱਸਦਾ ਖੇਡਦਾ ਬੰਦਾ ਸਾਂ ਆਇਆ ਨਾ ਆਇਆ। ਗਰੰਟੀ ਹੈ ਇੱਥੇ? ਚੀਜ਼ਾਂ ਦੀ ਗਰੰਟੀ ਹੋ ਸਕਦੀ ਹੈ, ਕੱਪੜੇ ਦੀ ਗਰੰਟੀ ਹੋ ਸਕਦੀ, ਘਰ-ਬਾਰ ਦੀ ਗਰੰਟੀ ਹੋ ਸਕਦੀ ਹੈ, ਪਰ ਮਾਣ ਕਰਨ ਵਾਲੇ ਮਨੁੱਖ ਦੇ ਇੱਕ ਸਾਹ ਦਾ ਭਰੋਸਾ ਨਹੀਂ ਵੀ ਅੰਦਰ ਗਿਆ ਨਿਕਲੂਗਾ ਕਿ ਨਹੀਂ ਨਿਕਲੂਗਾ। ਪਰ ਮਾਫ਼ ਕਰਿਓ, ਸਾਡਾ ਤੇ ਹੰਕਾਰ ਏਡਾ ਪ੍ਰਬਲ ਹੈ, ਅਸੀਂ ਤੇ ਸਦੀਆਂ ਤੱਕ ਆਸਾਂ ਬੱਧੀ ਫਿਰਦੇ ਹਾਂ। ਇੱਥੇ ਆਹ ਮਿਲ ਜੂ, ਇੱਥੇ ਆਹ ਖਰੀਦ ਲਾਂਗੇ, ਉੱਥੇ ਉਹ ਲੈ ਲਾਂਗੇ। ਇਹ ਕੀ ਹੈ? ਮੂਰਖਤਾ ਹੈ, ਲਾਲਚ ਹੈ, ਤਮਾ ਹੈ, ਅੰਦਰ ਦਾ ਰੋਗ ਲੱਗਿਆ ਹੋਇਆ ਹੈ। ਸ਼ਾਇਦ ਦੁਨੀਆ ਤੇ ਮੈਂ ਸਦਾ ਰਹਿਣਾ ਹੈ। ਮਰਦ ਕਹਿੰਦੇ ਨਹੀਂ ਰਹਿਣਾ ਭਾਈ। ਜਾਓ ਰਹਿਣਾ ਨਹੀਂ ਐਤ ਜਗ, ਤਉ ਕਾਇਤ ਗਾਰ ਵਹਾਂਡੀ ਹੈ। ਗੁਰੂ ਸਾਹਿਬ ਕਹਿੰਦੇ ਜਦੋਂ ਇਸ ਜੱਗ ਤੇ ਰਹਿਣਾ ਨਹੀਂ, ਹੰਕਾਰ ਕਾਹਦਾ? ਕੀ ਤੇਰਾ ਇੱਥੇ? ਕੁਛ ਵੀ ਨਹੀਂ। ਜਿਹੜਾ ਸਰੀਰ ਲੈ ਕੇ ਆਇਆ ਸੀ ਨਾ ਦੁਨੀਆ ਤੇ, ਉਹ ਵੀ ਤੇਰੇ ਨਾਲ ਨਹੀਂ ਜਾਣਾ। ਦਿਲ ਸਮਝ ਤੂੰ ਪੇ ਪਹੁੰਚ। ਬੜੇ ਪਿਆਰ ਦੇ ਬਚਨ ਸਤਿਗੁਰਾਂ ਨੇ ਆਖੇ, ਕਹਿੰਦੇ ਦਿਲ ਸਮਝ। ਉਹ ਦਿਲਾ ਮੇਰਿਆ ਤੂੰ ਵੀ ਸਮਝ ਲਾ। ਕੀ ਸਮਝਣਾ ਹੈ? ਤੂੰ ਪੇ ਪਹੁੰਚ। ਜੇ ਵਾਰੀ ਬਾਕੀਆਂ ਦੀ ਆਈ ਤਿਆਰੀ ਤੂੰ ਵੀ ਕਰ ਲਾ। ਆਖੋ ਸਤਿਨਾਮ। ਆਇਆ ਤੂੰ ਵੀ ਹੋਇਆ ਜੱਗ ਤੇ, ਜਾਣਾ ਤੈਨੂੰ ਵੀ ਪੈਣਾ, ਪਹੁੰਚਣਾ ਤੂੰ ਵੀ ਉੱਥੇ ਹੀ ਹੈ। ਕਿੱਥੇ? ਜਿੱਥੇ ਸਭ ਨੇ ਜਾਣਾ ਹੈ। ਇੱਥੇ ਤੇ ਘੁੰਮਣ ਆਏ ਹੋਏ ਆ ਆਪਾਂ। ਕਿਸੇ ਸ਼ਹਿਰ ਜਾਈਏ, ਟੂਰ ਜਾਈਏ, ਯਾਤਰਾ ਤੇ ਜਾਈਏ, ਵਿਦੇਸ਼ ਯਾਤਰਾ ਤੇ ਜਾਈਏ, ਕਿਸੇ ਦਾ 2 ਸਾਲ ਦਾ ਵੀਜ਼ਾ, 4 ਸਾਲ ਦਾ ਵੀਜ਼ਾ, ਕੁਛ ਵੀ ਹੈ, ਭਾਵੇਂ ਕੋਈ ਪੱਕਾ ਵੀ ਹੈ। ਜਦੋਂ ਜਾ ਕੇ ਫਿਰ ਉਹ ਸੋਚਦਾ ਵੀ ਹੁਣ ਵਾਪਸ ਜਾਣ ਦਾ ਸਮਾਂ ਹੋ ਗਿਆ, ਮੈਨੂੰ ਜਾਣਾ ਚਾਹੀਦਾ ਹੈ। 6 ਮਹੀਨੇ ਹੋ ਗਏ ਆਇਆ ਨੂੰ। ਜੇ ਕੋਈ ਪੱਕਾ ਉਹ ਵੀ ਕਹਿੰਦਾ 2-4 ਸਾਲ ਹੋ ਗਏ, ਘਰ ਮਿਲਿਆ ਮਾ ਚਿੱਤ ਕਰਦਾ ਹੈ, ਮੁੜਨਾ ਪੈਂਦਾ ਨਾ, ਵਾਪਸ ਆਉਣਾ ਪੈਂਦਾ ਨਾ। ਸਾਹਿਬ ਕਹਿੰਦੇ ਇਹਨਾਂ ਘਰਾਂ 'ਚ ਤੂੰ ਆ ਕੇ ਸੰਸਾਰ ਵਿੱਚ ਮਾਣ ਕਰੀ ਬੈਠਾ, ਰੱਬ ਨੂੰ ਭੁਲਾਈ ਫਿਰਦਾ ਹੈ, ਉਹ ਵਾਰੀ ਤੇ ਤੇਰੀ ਵੀ ਹੈ। ਸਾਹਿਬ ਕਹਿੰਦੇ ਮੌਲਵੀਏ ਭੁੱਲੇ ਫਿਰਦੇ ਹੋ ਰੱਬ ਨੂੰ, ਗੱਲਾਂ ਰੱਬ ਦੀਆਂ ਕਰਦੇ ਹੋ। ਜਾਣਦੇ ਤੁਸੀਂ ਸਾਰੇ ਹੋ ਵੀ ਅਸੀਂ ਮਰਨਾ ਹੈ। ਇਹ ਕਿਹਨੂੰ ਨਹੀਂ ਪਤਾ ਜੀ? 5 ਸਾਲ ਦੇ ਬੱਚੇ ਤੋਂ ਲੈ ਕੇ 100 ਸਾਲ ਦੇ ਬਜ਼ੁਰਗ ਤੱਕ ਸਭ ਨੂੰ ਪਤਾ ਵੀ ਮੈਂ ਮਰਨਾ, ਮਰ ਜਾਣਾ ਹੈ। ਇੱਥੇ ਕੀ ਹੈ? ਮੰਨਦੇ ਕਿੰਨੇ ਕਾ?
ਗੁਰਦੁਆਰਾ ਮੰਦਰ ਮਸਜਿਦ ਸਾਰੇ ਕਹਿੰਦੇ ਆ ਮਰਨਾ ਭਾਈ, ਆਪਾਂ ਮਰਨਾ ਸਭ ਨੇ, ਕਿਸੇ ਨੇ ਨਹੀਂ ਰਹਿਣਾ। ਇਹ ਲੁੱਟਣ ਵਾਲਾ ਵੀ ਕਹੀ ਜਾਂਦਾ ਲੈ ਇੱਥੇ ਕੀ ਰਹਿ ਜਾਣਾ, ਕੀ ਲੈ ਜਾਣਾ ਕਿਸੇ ਨੇ। ਵੀ ਜੇ ਤੈਨੂੰ ਇੰਨੀ ਸਮਝ ਆ ਕੀ ਲੈ ਜਾਣਾ, ਫਿਰ ਤੂੰ ਲੋਕਾਂ ਨਾਲ ਬੁਰਾ ਕਿਉਂ ਬਣਿਆ ਫਿਰਦਾ, ਵੈਰ ਕੇ ਕਮਾਉਂਦਾ ਫਿਰਦਾ। ਕਹਿਣ ਦੀਆਂ ਗੱਲਾਂ। ਸਾਹਿਬ ਕਹਿੰਦੇ ਤੂੰ ਕਦੇ ਮਨਾ ਦਿਲ ਵਿੱਚ ਸੋਚਿਆ ਹੀ ਨਹੀਂ, ਬਸ ਗੱਲਾਂ ਹੀ ਕਰਦਾ ਏ। ਸ਼ਬਦ ਹੈ ਮਾਹੇ ਵਖਾਣੀਏ। ਸਪਸ਼ਟ ਕਹਿਤਾ ਬਾਣੀ ਨੇ, ਸ਼ਬਦੇ ਮਾਹੇ ਵਖਾਣੀਏ। ਕਹਿੰਦੇ ਤੂੰ ਲੋਕਾਂ ਨੂੰ ਸ਼ਬਦਾਂ 'ਚ ਹੀ ਵਖਾਣੀਏ ਕਹਿੰਦਾ ਫਿਰਦਾ ਏ। ਮਰ ਜਾਣਾ ਓਏ, ਸਾਰੇ ਮਰਨਗੇ, ਸਭਨਾ ਮਰਨਾ ਆਇਆ, ਹਰੇਕ ਬੰਦਾ ਕਹਿੰਦਾ ਹੈ। ਕਹਿੰਦੇ ਇਹ ਦਿਲ ਤੋਂ ਕੋਈ ਵੀ ਨਹੀਂ ਕਹਿੰਦਾ, ਸਿਰਫ ਜ਼ੁਬਾਨ ਤੋਂ ਹੀ ਬੋਲਦੇ। ਆਖੋ ਸਤਿਨਾਮ। ਸਾਡੇ ਚੋਂ ਕਿਹੜਾ ਇਹੋ ਜਿਹਾ ਬੰਦਾ ਜਿਹਨੂੰ ਪਤਾ ਹੈ, ਨਹੀਂ ਪਤਾ ਵੀ ਅਸੀਂ ਮਰਨਾ ਹੈ। ਮੈਂ ਕਹਿੰਦਾ ਛੇੜੋ ਕਿਸੇ ਨੂੰ ਬਾਹਰ ਨਿਕਲ ਕੇ, ਉਹ ਭਾਈ ਤੈਨੂੰ ਪਤਾ ਮਰ ਜਾਣਾ, ਉਹ ਕਹਿੰਦਾ ਤੂੰ ਕੱਲ ਦਾ ਭੂਤ ਨਾ, ਤੈਨੂੰ ਕੀ ਪਤਾ ਹੈ। ਅਸੀਂ ਬੜਿਆਂ ਦੇ ਸੰਸਕਾਰ ਵੇਖੇ, ਬੜਿਆਂ ਨੂੰ ਮਰਦੇ ਵੇਖੇ, ਟ੍ਰੇਨਾਂ ਪਲਟਦੀਆਂ ਵੇਖੀਆਂ, ਬਿਮਾਰੀਆਂ ਰੋਗ ਪੈਂਦੇ ਵੇਖੇ, ਸਭ ਮਰਦੇ ਆ। ਪਰ ਮਰਦ ਕਹਿੰਦੇ ਇਹ ਸਿਰਫ ਤੂੰ ਸ਼ਬਦਾਂ 'ਚ ਕਹਿਣਾ, ਜ਼ੁਬਾਨ ਕਰਕੇ ਕਹਿਣਾ, ਤੇਰਾ ਮਨ ਕਹਿੰਦਾ ਸਾਨੂੰ ਕੀ ਹੋਣ ਲੱਗਿਆ। ਆਖੋ ਸਤਿਨਾਮ। ਕੀ ਮਰਨ ਵਾਸਤੇ ਕੁਝ ਹੋਣਾ ਪੈਂਦਾ ਨਹੀਂ। ਇਹ ਭੁਲੇਖਾ ਹੈ ਵੀ ਬਿਮਾਰੀ ਲੱਗੂ ਤਾਂ ਮਰਾਂਗੇ। ਇੱਥੇ ਤੇ ਚਾਹ ਪੀਂਦੇ ਮਰ ਜਾਂਦੇ ਲੋਕ, ਗੁਰਦੁਆਰੇ ਮੱਥਾ ਟੇਕਦੇ ਤੁਰ ਜਾਂਦੇ ਆ, ਗੱਡੀ ਚਲਾਉਂਦੇ ਪਤਾ ਨਹੀਂ ਕਦੋਂ ਧੜਕਣ ਬੰਦ ਹੋ ਜੇ, ਸੁੱਤੇ ਪਏ ਸੁੱਤੇ ਹੀ ਰਹਿ ਜਾਂਦੇ ਆ। ਮਨ ਕਾਹਦਾ। ਮਰਦ ਕਹਿੰਦੇ ਸ਼ਬਦਾਂ 'ਚ ਕਹਿਣ ਦਾ ਕੀ ਫਾਇਦਾ ਹੈ, ਮਰ ਜਾਗੇ ਮਰ ਜਾਗੇ, ਉਹ ਤਾਂ ਸਾਰੀ ਦੁਨੀਆ ਜਾਣਦੀ ਹੈ। ਪਰ ਜਿੱਥੇ ਦੁਨੀਆ ਜਾ ਕੇ ਵੇਖਦੀ, ਕਦੇ ਸ਼ਮਸ਼ਾਨ ਘਾਟ ਵਿੱਚ ਭੀੜਾਂ ਵੇਖੀਆਂ, ਕਦੇ ਕੋਈ ਫੈਮਿਲੀ ਟ੍ਰਿਪ ਬਣਾਉਂਦੀ ਵੇਖੀ ਆ ਵੀ ਆਪਾਂ ਫਲਾਣਾ ਸ਼ਮਸ਼ਾਨ ਘਾਟ ਘੁੰਮ ਕੇ ਆਉਣਾ ਹੈ, ਉਧਰ ਨੂੰ ਚੱਲੇ ਆ ਬਨਾਰਸ ਵਾਲਾ ਵੇਖ ਆਈਏ। ਮੈਂ ਤਾਂ ਨਹੀਂ ਵੇਖਿਆ। ਜੋ ਸੱਚ ਹੈ ਉਹ ਤੋਂ ਜ਼ਮਾਨਾ ਡਰਦਾ ਹੈ, ਜੋ ਝੂਠ ਹੈ ਉੱਥੇ ਧੱਕੇ ਪੈਂਦੇ। ਆਖੋ ਸਤਿਨਾਮ। ਉੱਥੇ ਇਕੱਠ ਹੈ, ਕਿਉਂਕਿ ਸੱਚ ਤੋਂ ਸਾਰੇ ਡਰਦੇ ਆ। ਸਾਡੇ 'ਚ ਕੋਈ ਹੈ ਜੋ ਆਖੇ ਵੀ ਮੈਂ ਨਾ ਮਹੀਨੇ 'ਚ ਇੱਕ ਰਾਤ ਸ਼ਮਸ਼ਾਨ ਘਾਟ ਕੱਟ ਕੇ ਆਇਆ ਕਰਨੀ, ਇਸ ਕਰਕੇ ਵੀ ਮੈਨੂੰ ਸਮਝ ਆ ਜੇ ਵੀ ਮੈਂ ਕਿੱਥੇ ਕ ਸਟੈਂਡ ਕਰਦਾ ਹੈ। ਕੋਈ ਸੋਚੂਗਾ ਜੀ ਕੋਈ ਨਹੀਂ ਨਾ, ਕਿਉਂਕਿ ਮੌਤ ਸੱਚ ਹੈ। ਉਹ ਤੋਂ ਡਰ ਲੱਗਦਾ ਵੀ ਵੇਖੀ ਕਿਤੇ ਜੇ ਇੱਧਰ ਨੂੰ ਲੰਘ ਗਿਆ ਸੱਦਾ ਇੱਧਰ ਵੀ ਨਾ ਆ ਜਾਏ ਕਿਤੇ। ਆਖੋ ਸਤਿਨਾਮ। ਹੋ ਹੀ ਨਾ ਜਾਏ ਕੁਛ। ਬੰਦਾ ਕਿੱਧਰ ਤੁਰਿਆ ਫਿਰਦਾ ਜਿੱਥੇ ਬੱਲੇ ਬੱਲੇ ਹੈ, ਫੋਕੀ ਸ਼ੌਹਰਤ ਹੈ। ਗੁਰੂ ਨਾਨਕ ਸਾਹਿਬ ਜੀਆਂ ਤਾੜ ਕੇ ਕਹਿ ਦਿੱਤਾ, ਮਦੀਨੇ ਦੀ ਧਰਤੀ 'ਚ ਅੱਜ ਬਾਣੀ ਵਿੱਚ ਦਰਜ ਹੈ। ਕਹਿੰਦੇ ਸ਼ਬਦਾਂ 'ਚ ਹੀ ਲੋਕ ਕਹਿੰਦੇ ਆ, ਗੱਲਾਂ ਗੱਲਾਂ 'ਚ ਜਿਹਨੂੰ ਮਰਜ਼ੀ ਪੁੱਛ ਲਓ, ਸਾਰੇ ਗਿਆਨੀ ਨੇ ਵੀ ਮਰ ਜਾਣਾ ਹੈ, ਨਾਮ ਜਪਿਆ ਕਰੋ। ਕਿੰਨੇ ਕੁ ਜਪਦੇ ਆ, ਕਿੰਨੇ ਕੁ ਮੌਤ ਤੋਂ ਡਰਦੇ ਨੇ। ਬਿਰਲਾ ਤਾਂ ਬੂਝੇ ਕੋਏ। ਫੇਰ ਕਿਹਾ ਸਤਿਗੁਰਾਂ ਨੇ, ਬਿਰਲਾ ਤਾਂ ਬੂਝੇ ਕੋਏ। ਕੀ ਬਿਰਲਾ ਜਾਣਦਾ, ਕੋਈ ਬੁੱਝਦਾ ਹੈ। ਸ਼ਬਦ ਹੈ ਮਾਹੇ ਵਖਾਣੀ ਹੈ, ਵੀ ਜੋ ਅਸੀਂ ਜ਼ੁਬਾਨ ਤੋਂ ਕਹਿੰਦੇ ਆ ਨਾ ਵੀ ਮਰ ਜਾਣਾ ਹੈ, ਕਹਿੰਦੇ ਇਸ ਗੱਲ ਨੂੰ ਕੋਈ ਬਿਰਲਾ ਦਿਲ ਤੋਂ ਜਾਣਦਾ ਹੈ। ਬੋਲਣ ਨਾਲ ਕੁਝ ਨਹੀਂ ਹੁੰਦਾ। ਕਿਸੇ ਨੂੰ ਕਹੀ ਚੱਲ ਤੇਰਾ ਬੇੜਾ ਡੁੱਬ ਜੇ, ਤੂੰ ਮਰ ਜੇ, ਤੁਹਾਡੇ ਕਿਹਾ ਕੀ ਹੋਣਾ ਬਈ। ਜੇ ਤੁਹਾਡੇ ਕਿਹਾ ਕੁਝ ਹੁੰਦਾ ਨਾ ਤੇ ਤੁਸੀਂ ਤੇ ਚੰਦ ਸੂਰਜ ਚੜ੍ਹਨ ਨਾ ਦਿੰਦੇ ਵੀ ਲੈ ਅੱਜ ਮੈਂ ਸੂਰਜ ਨਹੀਂ ਚੜ੍ਹਨ ਦਿੰਦਾ, ਚੜ੍ਹ ਕੇ ਵਿਖਾਏ। ਉਹ ਕਿਸ ਦੇ ਗਿਆ ਨਹੀਂ, ਬੰਦਾ ਝੱਖ ਮਾਰਦਾ ਸਿਰਫ। ਗੁਰੂ ਸਾਹਿਬ ਕਹਿੰਦੇ ਕੋਈ ਵਿਰਲਾ ਕਰੋੜਾਂ ਚੋਂ ਇੱਕ ਅੱਧਾ ਜਿਹੜਾ ਇਸ ਗੱਲ ਨੂੰ ਫੋਲੋ ਕਰੀ ਫਿਰਦਾ ਹੈ ਵੀ ਮਰਨਾ ਸੱਚ ਆ ਤੇ ਜਿਉਣਾ ਝੂਠ ਹੈ। ਸਾਰੇ ਥੋੜੀ। ਮੇਰੇ ਵਰਗੇ ਹਜ਼ਾਰਾਂ ਕਥਾਵਾਚਕ ਕਥਾ ਕਰਦੇ ਆ, ਬੜਿਆਂ ਦੇ ਭੋਗ ਪਾਏ ਪੈਣੇ ਤੇ ਆਪਣੇ ਵੀ ਆ, ਸਭ ਦੇ ਪੈਣੇ ਆ। ਉੱਥੇ ਬੰਦਾ ਹੁੱਬ ਕੇ ਕਹਿੰਦਾ ਜੀ ਮਰਨਾ ਸੱਚ ਹੈ, ਜਿਉਣਾ ਝੂਠ ਹੈ, ਸਭ ਨੇ ਮਰ ਜਾਣਾ ਹੈ। ਅੰਦਰੋਂ ਕਹਿੰਦਾ ਕੋਈ, ਅੰਦਰੋਂ ਸੁਣਦਾ ਕੋਈ। ਜਿੰਨੇ ਬੈਠੇ ਹੋਣਗੇ ਸਭ ਨੂੰ ਵਿਛੜੇ ਹੋਏ ਬੰਦੇ ਦਾ ਗਮ ਹੁੰਦਾ ਏ, ਪਰ ਆਪਣੇ ਆਪ ਦੇ ਵਿਛੜਨ ਦਾ ਕੋਈ ਡਰ ਨਹੀਂ ਹੁੰਦਾ। ਕਹਿੰਦੇ ਲੈ ਸਾਨੂੰ ਕੀ ਹੋਣਾ, ਚੰਗੇ ਭਲੇ ਆ, ਅਜੇ ਕਿਹੜੀ ਉਮਰ ਹੈ, ਹੁੰਦਾ ਨਾ ਬੰਦੇ ਨੂੰ। ਪਰ ਸਾਹਿਬ ਕਹਿੰਦੇ ਇਹ ਗੱਲ ਕੋਈ ਵਿਰਲਾ ਜਾਣਦਾ, ਜਿਹਨੇ ਜਾਣ ਲਈ ਨਾ ਉਹ ਲਾਲਚ ਕਰੇ, ਨਾ ਉਹ ਭੱਜ ਦੌੜ ਕਰੇ, ਨਾ ਕਿਸੇ ਦਾ ਬੁਰਾ ਕਰੇ। ਉਹਨੂੰ ਲੋੜ ਹੈ ਕਹਿਣ ਦੀ ਵੀ ਨਾਮ ਜਪ ਲਾ। ਸੱਚੀ ਦੱਸੋ ਜੀ, ਹੈ ਲੋੜ? ਬਿਲਕੁਲ ਲੋੜ ਨਹੀਂ ਕਹਿਣ ਦੀ, ਕਿਉਂਕਿ ਜਿਹਨੇ ਇਹ ਅੰਦਰ ਮੰਨ ਲਿਆ ਨਾ ਵੀ ਮਰਨਾ ਸੱਚ ਹੈ, ਮੈਂ ਵੀ ਮਰਨਾ ਇੱਕ ਦਿਨ, ਮੌਤ ਅਟੱਲ ਹੈ, ਉਹਦੇ ਤੇ ਰੋਮ ਰੋਮ ਚੋਂ ਸਿਮਰਨ ਚੱਲਦਾ। ਕਹਿ ਕਹਾ ਕੇ ਸਿਮਰਨ ਕੌਣ ਕਰਦਾ ਹੈ ਦੱਸੋ ਜੀ? ਹੈ ਕਹਿਣਾ ਪੈਂਦਾ ਸਾਰਿਆਂ ਨੂੰ ਸੱਚ ਬੋਲੋ, ਮੈਨੂੰ ਇਹ ਦਿਖਾਓ ਵੀ ਝੂਠ ਬੋਲਣ ਦਾ ਇੰਸਟੀਚਿਊਟ ਕਿੱਥੇ ਖੁੱਲ੍ਹਾ ਹੋਇਆ ਹੈ, ਜਿੱਥੇ ਜੰਮਦੇ ਬੱਚੇ ਨੂੰ ਸਿਖਾਇਆ ਜਾਵੇ ਪੁੱਤ ਝੂਠ ਕਿਵੇਂ ਬੋਲਣਾ ਹੈ ਕੋਈ?
ਕੋਈ ਐਸਾ ਸਕੂਲ ਕਾਲਜ ਯੂਨੀਵਰਸਿਟੀ ਦੱਸੋ ਜਿੱਥੇ ਚੋਰੀ ਕਰਨੀ ਸਿਖਾਈ ਜਾਂਦੀ ਹੋਵੇ, ਠੱਗੀ ਮਾਰਨੀ ਸਿਖਾਈ ਜਾਂਦੀ ਹੋਵੇ? ਨਹੀਂ, ਸਿਖਾਇਆ ਜਾਂਦਾ ਇਮਾਨਦਾਰ ਬਣੋ, ਸੱਚ ਬੋਲੋ। ਕਿੰਨੇ ਕੁ ਬੋਲਦੇ ਆ? 98% ਦੁਨੀਆ ਝੂਠ ਤੇ ਖੜੀ ਹੈ, 99 ਹਰ ਬੰਦਾ ਠੱਗੀ ਤੇ ਖੜਿਆ। ਜੋ ਸਿਖਾਇਆ ਉਹ ਬੰਦੇ ਨੇ ਨਹੀਂ ਕੀਤਾ। ਲੱਖ ਲੋਕਾਂ ਨੂੰ ਕਹੀ ਚਲੋ ਨਾਮ ਜਪੋ, ਨਾਮ ਜਪੋ, ਅਸੀਂ ਵੀ ਕਹਿੰਦੇ ਆ, ਸਾਰੇ ਕਹਿੰਦੇ, ਕਿੰਨਿਆਂ ਕੁ ਨੇ ਜਪ ਲਿਆ? ਕਿੰਨੇ ਕੁ ਜਪ ਰਹੇ ਨੇ? ਗੁਰੂ ਸਾਹਿਬ ਕੱਲੀ ਕੱਲੀ ਗੱਲ ਖੋਲਦੇ ਆ, ਕਹਿੰਦੇ ਜਪੂਗਾ ਉਹ ਜਿਹਨੇ ਮੌਤ ਅੱਖੀ ਵੇਖ ਲਈ, ਆਖੋ ਸਤਿਨਾਮ। ਜਿਹਨੇ ਅੰਦਰ ਇਹ ਅਹਿਸਾਸ ਕਰ ਲਿਆ, ਜਿਹਦੇ ਅੰਦਰ ਭੈ ਆ ਗਿਆ ਪਰਮਾਤਮਾ। ਉਹਨੂੰ ਨਹੀਂ ਕਹਿਣਾ ਪੈਂਦਾ ਅੰਮ੍ਰਿਤ ਵੇਲੇ ਜਾ ਕੇ, ਉਹਨੂੰ ਨਹੀਂ ਕਹਿਣਾ ਪੈਂਦਾ ਵੀ ਨਾਮ ਇੰਨੇ ਘੰਟੇ ਜਪ। ਜੇ ਉਹਨੂੰ ਆਖੋਗੇ ਨਾ ਆ ਕੇ ਤੇ ਘੁੰਮ ਆਈ, ਉਹ ਕਹਿੰਦਾ ਨਹੀਂ ਮੇਰਾ ਸਿਮਰਨ ਦਾ ਵੇਲਾ, ਮੈਂ ਬੰਦਗੀ ਕਰਨੀ, ਮੈਂ ਤੇ ਆਪਣੇ ਯਾਰ ਸੱਜਣ ਨਾਲ ਬੈਠਾ ਰੱਬ ਨਾਲ। ਪਿਆਰ ਆ ਨਾ, ਇਹ ਪ੍ਰੇਮ ਆ, ਅੰਦਰ ਖਿੱਚ ਹੈ, ਤੇ ਧੱਕੇ ਨਾਲ ਜੋ ਮਰਜ਼ੀ ਕਰੀ ਚੱਲੋ ਜੀ, ਕੁਛ ਨਹੀਂ ਹੋਣਾ। ਗੁਰੂ ਬਾਬਾ ਜੀ ਕਹਿੰਦੇ ਸ਼ਬਦ ਹੈ ਮਾਹੇ ਵਖਾਣੀ ਹੈ, ਬਿਰਲਾ ਬੁਝੈ ਕੋਏ। ਜਿਹਨੇ ਇਹ ਜਾਣ ਲਿਆ, ਜਿਹਨੇ ਇਹ ਬੁੱਝ ਲਿਆ ਵੀ ਸਾਚਾ ਨਾਮ ਮੇਰਾ ਆਧਾਰੋ, ਮੇਰਾ ਭੋਜਨ ਨਾਮ ਹੈ ਪਰਮੇਸ਼ਰ ਦਾ, ਉਹ ਕਹਿੰਦਾ ਫਿਰ ਮੈਂ ਨਾਮ ਤੋਂ ਬਿਨਾਂ ਨਹੀਂ ਰਹਿ ਸਕਦਾ। ਹੁਣ ਸਾਡਾ ਭੋਜਨ ਕੀ ਹੈ? 36 ਪ੍ਰਕਾਰ ਦੇ ਭੋਜਨ। ਅਸੀਂ ਸਭ ਕੁਝ ਚੀਜ਼ਾਂ ਤੋਂ ਰਹਿ ਸਕਦੇ ਹਾਂ, ਰੋਟੀ ਬਿਨਾਂ ਨਹੀਂ ਰਹਿ ਸਕਦੇ। ਪਰ ਜਿਹਨੇ ਅੰਦਰੋਂ ਜਾਣ ਲਿਆ, ਉਹ ਕਹਿੰਦਾ ਰੋਟੀ ਤੇ ਤਨ ਦਾ ਭੋਜਨ ਹੈ, ਮੇਰੀ ਰੂਹ ਦਾ ਭੋਜਨ ਪਰਮੇਸ਼ਰ ਦਾ ਨਾਮ ਹੈ। ਮੈਨੂੰ ਕਹਿਣ ਤੇ ਕਹਾਉਣ ਦੀ ਲੋੜ ਥੋੜੀ ਵੀ ਮੈਂ ਕਿੰਨਾ ਜਪਣਾ ਹੈ, ਕਿਹਦੇ ਲਈ ਜਪਣਾ, ਮੈਂ ਆਪਣੇ ਆਪ ਲਈ ਜਪਣਾ ਹੈ, ਕਿਸੇ ਨੂੰ ਦਿਖਾ ਕੇ ਥੋੜਾ ਜਪਣਾ ਹੈ। ਰੋਟੀ ਕਿਉਂ ਖਾਈ ਜਾਂਦੀ? ਦਿਖਾਉਣ ਵਾਸਤੇ। ਅਸੀਂ ਖਾਣਾ ਖਾਂਦੇ ਹਾਂ ਆਪਣੀ ਭੁੱਖ ਬੁਝਾਉਣ ਵਾਸਤੇ। ਤੇ ਰੱਬ ਦੇ ਪਿਆਰੇ ਨਾਮ ਕਦੋਂ ਜਪਦੇ ਆ, ਕਿਉਂ ਜਪਦੇ ਆ? ਆਪਣੇ ਆਪ ਦੀ ਤ੍ਰਿਪਤੀ ਵਾਸਤੇ। ਤੇ ਜਿੱਦਣ ਅਸੀਂ ਆਪਣੀ ਤ੍ਰਿਪਤੀ ਲਈ, ਆਪਣੇ ਆਨੰਦ ਲਈ ਰੱਬ ਦੇ ਪਿਆਰ ਜਪਣ ਲੱਗ ਗਏ ਨਾ, ਵੀ ਉਦਣ ਸਾਨੂੰ ਲੋਕ ਫਰੇਬੀ ਨਹੀਂ ਕਹਿਣਗੇ, ਸੁਲਝਿਆ ਹੋਇਆ ਕਹਿਣਗੇ, ਕਮਾਈ ਵਾਲਾ ਕਹਿਣਗੇ। ਅਜੇ ਕਿਹੜੀਆਂ ਕਮਾਈਆਂ ਸਾਡੇ ਕੋਲ? ਦਿਖਾਵੇ ਆ, ਲੋਕਾਚਾਰ ਹੈ। ਇਹ ਨਹੀਂ ਹੋਣਾ ਚਾਹੀਦਾ। ਮਰਦ ਕਹਿੰਦੇ ਉਹ ਬਿਰਲਾ ਹੀ ਹੁੰਦਾ ਕੋਈ ਜੋ ਇਸ ਗੱਲ ਨੂੰ ਸਮਝ ਗਿਆ। ਕਹਿਣ ਨੂੰ ਤੇ ਸਾਰੀ ਦੁਨੀਆ ਕਹਿੰਦੀ ਹੈ, ਨਾਨਕ ਵਖਾਣੈ ਬੇਨਤੀ। ਨਾਨਕ ਵਖਾਣੈ ਬੇਨਤੀ। ਗੁਰੂ ਸਾਹਿਬ ਕਹਿੰਦੇ ਅਸੀਂ ਆ ਬੇਨਤੀ ਕਰਕੇ ਤੁਹਾਨੂੰ ਕਹਿ ਰਹੇ ਹਾਂ। ਉਪਰੋਕਤ ਦੱਸ ਆਏ ਨੇ ਉਤੋਂ ਵੀ ਦੁਨੀਆ ਸਾਰੀ ਮਰਨ ਦੀਆਂ ਗੱਲਾਂ ਕਰਦੀ ਹੈ, ਪਰ ਇਸ ਗੱਲ ਤੇ ਕੋਈ ਭਰੋਸਾ ਨਹੀਂ ਕਰਦਾ ਵੀ ਮੈਂ ਵੀ ਮਰਨਾ ਹੈ। ਹਰ ਬੰਦਾ ਕਹਿੰਦਾ ਮਰ ਜਾਣਾ, ਮਰ ਜਾਣਾ, ਪਰ ਜਿੱਦਣ ਬੰਦੇ ਨੂੰ ਇਸ ਗੱਲ ਦਾ ਭੈ ਪੈ ਗਿਆ ਨਾ, ਸਮਝ ਪੈ ਗਈ ਵੀ ਵਕਤ ਤੇ ਆਪਣੇ ਸਿਰ ਵੀ ਆ ਗਿਆ, ਕੋਈ ਪਤਾ ਨਹੀਂ ਉਹਨੇ ਕਦੋਂ ਸੱਦਾ ਦੇ ਦੇਣਾ। ਮੈਂ ਆਪਾਂ ਦੁਨਿਆਵੀ ਤੌਰ ਤੇ ਕਿਸੇ ਯਾਤਰਾ ਤੇ ਜਾਣਾ, ਸਾਨੂੰ ਹਫ਼ਤਾ ਪਹਿਲਾਂ ਫਿਕਰ ਪੈ ਜਾਂਦਾ, ਕੱਪੜੇ ਕਿਹੜੇ ਲੈ ਕੇ ਜਾਣੇ ਆ, ਖਾਣ ਨੂੰ ਕੀ ਲੈ ਕੇ ਜਾਣਾ, ਨਾਲ ਕੀ ਮਿਲੂਗਾ, ਕਿੱਥੇ ਰਹਾਂਗੇ, ਹੁੰਦਾ ਨਾ। ਮਰਦ ਕਹਿੰਦੇ ਜਿਸ ਦਰਗਾਹ ਦੇ ਵਿੱਚ ਜਾਣ ਵਾਸਤੇ ਲੱਖਾਂ ਮੀਲਾਂ ਦਾ ਸਫ਼ਰ ਹੈ, ਜਾਣਾ ਵੀ ਇਕੱਲੇ ਨੇ ਹੈ, ਕਹਿੰਦੇ ਇਹਨੇ ਕਦੇ ਸੋਚਿਆ ਹੀ ਨਹੀਂ ਉੱਥੇ ਪੂੰਜੀ ਕਿਹੜੀ ਲੈ ਕੇ ਜਾਣੀ ਹੈ। ਜਿਹੇ ਮਾਰਗ ਕੇ ਗਨੇ ਜਾਹੇ ਨਾ ਕੋਸਾ। ਜਿਹੜੇ ਰਾਹ ਪੈਂਡੇ ਗਿਣੇ ਨਹੀਂ ਜਾਂਦੇ, ਵਿਖੜੇ ਨੇ। ਕਦੇ ਮਨੁੱਖ ਨੇ ਨਾਮ ਨਹੀਂ ਇਕੱਠਾ ਕੀਤਾ ਵੀ ਨਾਮ ਦੀ ਪੂੰਜੀ ਕਰ ਲਾਂ, ਸ਼ੁਭ ਕਰਮ ਕਮਾ ਲਾਂ, ਵੀ ਜਾਣਾ ਤੇ ਇਕੱਲੇ ਨੇ ਹੈ। ਜੇ ਮੇਰੇ ਕੋਲ ਚੰਗੇ ਕਰਮ ਤੇ ਚੰਗੀ ਪੂੰਜੀ ਹੋਊ, ਕੋਈ ਹੱਥ ਨਹੀਂ ਪਾਉਂਦਾ। ਅੱਜ ਵੀ ਤੁਹਾਡੇ ਕੋਲ ਕਰੋੜਾਂ ਰੁਪਈਆ, ਤੁਸੀਂ ਜਿਹੜੀ ਮਰਜ਼ੀ ਕੰਟਰੀ ਚਲੇ ਜਾਓ, ਹੱਥ ਜੋੜੀ ਫਿਰਦੇ ਲੋਕ, ਇੱਧਰ ਆ ਜਾਓ ਸਾਡੇ ਕੋਲ, ਸਾਡੇ ਕੋਲ ਰਹੋ ਜੀ। ਤੇ ਗਰੀਬ ਬੰਦਾ, ਮੈਂ ਕਹਿੰਦਾ ਹੱਥ ਦਿੱਤੇ ਆ, ਕੋਈ ਆਟੋ ਨਹੀਂ ਰੋਕਦਾ, ਕਹਿੰਦੇ ਇਹਦੀ ਜੇਬ 'ਚ ਕੀ ਹੈ, ਨੰਗ ਬੜੇ। ਸਮਝ ਰਹੇ ਹੋ ਨਾ ਗੱਲ? ਸਾਹਿਬ ਕਹਿੰਦੇ ਜਿਨ੍ਹਾਂ ਦੇ ਕੋਲ ਨਾਮ ਦੀ ਦਾਤ ਹੈ, ਬੰਦਗੀ ਹੈ, ਉਹਨਾਂ ਨੂੰ ਸਫ਼ਰ ਦਾ ਕਾਹਦਾ ਡਰ ਹੈ, ਮੌਤ ਦਾ ਕੀ ਖੌਫ ਹੁੰਦਾ ਏ। ਜਲ ਥਲ ਮਹੀਲ ਸੋਏ। ਗੁਰੂ ਸਾਹਿਬ ਕਹਿੰਦੇ ਅਸੀਂ ਦੱਸ ਰਹੇ ਹਾਂ ਨਾਨਕ ਬਖਾਣਾ ਬੇਨਤੀ। ਬੇਨਤੀ ਕੀ ਹੈ? ਕਹਿੰਦੇ ਜਲ ਥਲ ਮਹੀ ਅਲ ਸੋਏ। ਪਾਣੀਆਂ ਵਿੱਚ, ਥਲਾਂ ਵਿੱਚ, ਮਹੀ ਨਾਮ ਹੈ ਧਰਤੀ ਦਾ, ਅਲ ਨਾਮ ਹੈ ਆਕਾਸ਼ ਦਾ। ਕਹਿੰਦੇ ਮੈਂ ਜਿੱਥੇ ਵੇਖਾਂ ਮੈਨੂੰ ਉਹੀ ਦਿਸਦਾ ਏ। ਉਹ ਸਾਰੀਆਂ ਥਾਵਾਂ ਦੇ ਹੈ। ਮੌਤ ਵੀ ਉਹ ਹੈ, ਜਨਮ ਵੀ ਉਹ ਹੈ, ਕਾਲ ਵੀ ਉਹ ਹੈ, ਭੈ ਵੀ ਉਹ ਹੈ, ਧਰਮ ਵੀ ਉਹ ਹੈ, ਸੱਚ ਵੀ ਉਹ ਹੈ, ਕੂੜ ਵੀ ਉਹ, ਸਭ ਕੁਝ ਤੇ ਆਪ ਹੈ। ਇਹ ਤੇ ਸਮਝਣਾ ਸੀ ਨਾ, ਨਹੀਂ ਸਮਝੇ। ਲੱਖ ਧਰਮ ਕਮਾਈ ਚੱਲੋ, ਜਦੋਂ ਤੱਕ ਬਾਣੀ ਦੀ ਵਿਚਾਰ ਨਹੀਂ ਨਾ ਕਮਾਉਂਦੇ, ਮਾਫ ਕਰਿਓ ਜੀ, ਮੈਂ ਨਹੀਂ ਕਹਿੰਦਾ, ਸਤਿਗੁਰਾਂ ਦੀ ਬਾਣੀ ਕਹਿੰਦੀ ਉਦੋਂ ਤੱਕ ਕੁਝ ਨਹੀਂ ਹੋਣਾ। ਕਿਉਂਕਿ ਬਾਣੀ ਬਿਰਲੋ ਵਿਚਾਰ ਸੀ, ਜੇ ਕੋ
ਗੁਰਮੁਖ ਹੋਏ। ਮਹਾਰਾਜ ਕਹਿੰਦੇ ਕੋਈ ਵਿਰਲਾ ਵਿਚਾਰਦਾ ਅੰਦਰ ਧਲ, ਬਾਹਰ ਤੇ ਅਰਥ ਜਿੰਨੇ ਮਰਜ਼ੀ ਕਰਾ ਲਓ, ਸਾਰੇ ਕਰੀ ਫਿਰਦੇ ਆ। ਜਿੱਦਣ ਇਹ ਅਰਥ ਮਨ ਸਮਝੇਗਾ ਨਾ ਵੀ ਮੈਂ ਦੁਨੀਆ ਤੇ ਆਇਆ ਕਿਹੜੇ ਕੰਮ ਸੀ, ਕਰ ਕੀ ਰਿਹਾ ਤੇ ਮੇਰਾ ਮਕਸਦ ਕੀ ਹੈ। ਮੇਰਾ ਮਕਸਦ ਲੋਕਾਂ ਦਾ ਨਹੀਂ। ਅਜੇ ਤੱਕ ਤੇ ਦੁਨੀਆ ਦੀ ਨਿੰਦਿਆ ਦਾ ਭਾਰ ਚੱਕਿਆ, ਲੈ ਉਹ ਅੰਮ੍ਰਿਤ ਵੇਲੇ ਨਹੀਂ ਜਾਗਦਾ, ਉਹ ਪਾਠ ਨਹੀਂ ਕਰਦਾ, ਉਹ ਸ਼ਰਾਬ ਪੀਂਦਾ, ਉਹ ਨਹਾਉਂਦਾ ਨਹੀਂ। ਲੈ ਦੱਸ ਅਸੀਂ ਕੀ ਲੈਣਾ ਕਿਸੇ ਤੋਂ? ਅਸੀਂ ਕੀ ਕਰ ਰਹੇ ਹਾਂ ਦੱਸਿਆ ਕਿਸੇ ਨੇ? ਅਜੇ ਤੱਕ ਸਿਰਫ ਅਸੀਂ ਇਹ ਦੱਸਿਆ ਅਸੀਂ ਚੰਗੇ ਬਣੇ ਆ। ਮੇਰਾ ਰੱਬ, ਮੇਰਾ ਵਾਹਿਗੁਰੂ, ਵੀ ਤੂੰ ਇਕੱਲੇ ਨੇ ਰਜਿਸਟਰਡ ਕਰਾਇਆ, ਉਹ ਤੇ ਸਾਰੀ ਦੁਨੀਆ ਦਾ। ਸਤਿਗੁਰੂ ਕਹਿੰਦੇ ਆ ਜਲ ਥਲ ਮਹੀਅਲ ਸੋਏ, ਕਹਿੰਦੇ ਸਾਰਿਆਂ ਦਾ ਸਾਂਝਾ ਇਹ ਸਾਰੀਆਂ ਥਾਵਾਂ ਤੇ ਹੈ। ਮਿਲਦਾ ਕਿਹਨਾਂ ਨੂੰ ਹੈ? ਜਿਹੜੇ ਵਿਰਲੇ ਸੀ, ਜਿਨ੍ਹਾਂ ਨੇ ਅੰਦਰੋਂ ਨਾਮ ਕਮਾਇਆ ਏ। ਅੱਲਾਹ ਅਲਖ ਅਗਮ ਕਾਦਰ, ਅੱਲਾ ਅਲਖ ਅਗਮ ਕਾਦਰ। ਉਹ ਕਾਦਰ ਹੈ ਜਿਹਦਾ ਕੀਤਾ ਸਾਰਾ ਕੁਝ ਹੈ। ਅਗਮ ਨੇਤਰਾਂ ਦੀ ਪਹੁੰਚ ਤੋਂ ਦੂਰ ਹੈ। ਅੱਲਾਹ ਉਹ ਸਾਰਿਆਂ ਤੋਂ ਵੱਡਾ ਹੈ। ਅਲਖ ਜਿਹਨੂੰ ਕੋਈ ਵੀ ਜਾਣ ਨਹੀਂ ਸਕਦਾ। ਜਿਨ੍ਹਾਂ ਨੇ ਇਹ ਸਮਝ ਲਿਆ ਨਾ ਵੀ ਜਿਹੜਾ ਜੰਮਦਾ ਮਰਦਾ ਹੀ ਨਹੀਂ, ਅਜੂਨੀ ਹੈ, ਤੇ ਜਿਹੜਾ ਜੂਨਾ ਤੋਂ ਰਹਿਤ ਹੈ ਜੀ, ਉਹਨੂੰ ਘਰ ਦੀ ਲੋੜ ਨਹੀਂ। ਆਖੋ ਸਤਿਨਾਮ। ਟਿਕਾਣੇ ਦੀ ਲੋੜ ਨਹੀਂ। ਟਿਕਾਣਾ ਉਹਦੇ ਵਾਸਤੇ ਹੈ ਜਿਹੜਾ ਜੰਮਿਆ। ਕਿਸੇ ਦੇ ਘਰ 'ਚ ਕੋਈ ਬੱਚਾ ਜੰਮਦਾ ਹੈ, ਪਰਿਵਾਰ ਨੂੰ ਪਹਿਲੇ ਹੀ ਫਿਕਰ ਲੱਗ ਜਾਂਦਾ ਵੀ ਕਿਹੜੇ ਸਕੂਲ ਪੜ੍ਹਾਉਣਾ ਹੈ, ਇਹਦੇ ਲਈ ਪ੍ਰਾਪਰਟੀ ਕੀ ਹੋਣੀ ਚਾਹੀਦੀ, ਕੱਲ ਨੂੰ ਇਹਦਾ ਫਿਊਚਰ ਕੀ ਹੋਊਗਾ। ਫਿਕਰ ਜਿਸ ਪਰਮਾਤਮਾ ਨੇ ਜਨਮ ਮਰਨ ਤੋਂ ਰਹਿਤ ਆਪਣੇ ਪਿਆਰਿਆਂ ਨੂੰ ਕੀਤਾ ਹੈ, ਉਹਨਾਂ ਨੂੰ ਕੋਈ ਭੈ ਨਹੀਂ। ਉਹ ਡਰ 'ਚ ਥੋੜਾ ਨਾਮ ਜਪਦੇ ਆ ਵੀ ਹਾਏ ਮੈਂ ਮਰ ਜੂ, ਨਾਮ ਜਪ ਲਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਥੋੜੀ ਆਨੰਦ, ਉਹ ਆਨੰਦ 'ਚ ਜਾਂਦੇ ਆ। ਕਹਿੰਦੇ ਉਹ ਸਿਮਰਨ ਨਾਲ ਮੈਂ ਜੁੜ ਜਾ, ਮੌਤ ਤੋਂ ਬਾਅਦ ਵੀ ਜਿਹੜਾ ਲਗਾਤਾਰ ਚੱਲਦਾ ਹੈ। ਬੰਦਗੀ ਕਿਹੜੀ ਹੈ? ਰੋਮ ਰੋਮ ਦੀ ਹੈ, ਹਰ ਪਲ ਦੀ ਹੈ। ਸਾਡੀ ਬੰਦਗੀ ਤੇ ਕਈ ਵਾਰ ਸੁੱਤੇ ਪਿਆ ਰਹਿ ਜਾਂਦੀ ਹੈ। ਗੁਰੂ ਦਾ ਸਿੱਖ ਜਿਹੜਾ ਬਿਰਲਾ ਬਣ ਗਿਆ ਨਾ, ਜਿਹਨੇ ਬੁੱਝ ਲਿਆ ਅੰਦਰੋਂ, ਕਹਿੰਦੇ ਉਹ ਸੁੱਤਾ ਉੱਠਦਾ ਬਹਿੰਦਾ ਜਾਗਦਾ ਵੀ ਜਪਦਾ ਹੈ। ਲੋਕਾਂ ਭਾਵੇਂ ਮੌਤ ਹੋ ਜਾਂਦੀ, ਪਰ ਉਹ ਹਰ ਵੇਲੇ ਉਹਦਾ ਰੂਪ ਬਣਿਆ ਰਹਿੰਦਾ। ਕਿਹਦਾ ਰੂਪ? ਅੱਲਾਹ ਅਲਖ ਅਗੰਮ ਹੈ, ਜੋ ਸਾਰਿਆਂ ਤੋਂ ਵੱਡਾ ਹੈ, ਸਾਰਿਆਂ ਦਾ ਸਾਂਝਾ ਏ। ਕਰਨਹਾਰ ਕਰੀਮ, ਕਰਨਹਾਰ ਕਰੀਮ, ਕਾਦਰ ਹੈ ਦੁਨੀਆ ਨੂੰ ਬਣਾਉਣ ਵਾਲਾ। ਕਰਨਹਾਰ ਜੋ ਕਰਤਾ ਹੈ, ਕਰੀਮ ਜੋ ਸਭ ਤੇ ਦਇਆ ਕਰਦਾ ਹੈ, ਤਰਸ ਕਰਦਾ ਹੈ। ਵਰਤ ਕਹਿੰਦੇ ਟਿਕਾਣਾ ਤੇ ਉਹਦਾ ਨਾ ਜੋ ਇੱਕ ਹੈ, ਹਰ ਥਾਂ ਤੇ ਹੈ, ਉਹ ਟਿਕਾਣਾ ਹੈ। ਇਹ ਕਿਹੜੇ ਟਿਕਾਣੇ? ਅੱਜ ਇੱਥੇ ਕੱਲ ਉੱਥੇ ਟਿਕਾਣਾ ਕੋਈ ਜੰਮਿਆ ਕੋਈ ਮਰ ਗਿਆ ਕਿਸੇ ਜੂਨ ਵਿੱਚ, ਕੋਈ ਕਿਸੇ ਜੂਨ ਵਿੱਚ। ਕਿਹੜਾ ਟਿਕਾਣਾ ਹੈ? ਉਹ ਸਭ ਲਿਖਾ ਏ ਪਿੱਛੇ। ਕਹਿੰਦੇ ਪੰਡਤ ਹੋਣ, ਮੁੱਲੇ ਹੋਣ, ਦੇਵਤੇ ਹੋਣ, ਗੰਧਰਵ ਹੋਣ, ਦੇਵਤਿਆਂ ਦੇ ਰਾਗੀ, ਸ਼ਿਵ ਜੀ ਦੇ ਗਣ ਹੋਣ, ਭਾਵੇਂ ਸਿੱਧ ਹੋਣ, ਸ਼ੇਖ ਹੋਣ, ਸਲਾਰ ਹੋਣ, ਰਾਜੇ ਮਹਾਰਾਜੇ ਸੁਲਤਾਨ ਹੋਣ। ਮਰਦ ਕਹਿੰਦੇ ਕਰ ਗਏ ਕੂਚ ਸਭ ਤੁਰ ਜਾਣਗੇ। ਰਹਿਣਾ ਕਿਹਨੇ ਹੈ? ਕਿਸੇ ਨੇ ਨਹੀਂ ਰਹਿਣਾ। ਜੋ ਵੀ ਇੱਥੇ ਆ ਗਿਆ ਉਹਨੂੰ ਜਾਣਾ ਪੈਣਾ ਏ। ਮੌਤ ਸਭ ਉੱਤੇ ਨਿਸ਼ਚਿਤ ਹੈ, ਤੇ ਜਦੋਂ ਮੌਤ ਨਿਸ਼ਚਿਤ ਹੈ, ਸਭ ਨੇ ਦੁਨੀਆ ਛੱਡ ਜਾਣੀ ਹੈ। ਗੁਰੂ ਬਾਬਾ ਜੀ ਕਹਿੰਦੇ ਫਿਰ ਟਿਕਾਣਾ ਕਿਹੜਾ ਹੈ? ਕਿਹੜਾ ਟਿਕਾਣਾ ਹੈ? ਜਿੱਥੇ ਤੂੰ ਬੈਠ ਸਕਦਾ ਏ। ਸਭ ਦੁਨੀਆ ਵਣ ਜਾਵਣੀ, ਮੁਕਾਮ ਏਕ ਰਹੀਮ। ਸਭ ਦੁਨੀਆ ਬਣ ਜਾਵਣੀ, ਮੁਕਾਮ ਏਕ ਰਹੀਮ। ਮਰਦ ਕਹਿੰਦੇ ਦੁਨੀਆ ਆਉਣਾ ਜਾਣਾ ਹੈ, ਇਹ ਸਥਿਰ ਨਹੀਂ ਹੈ। ਮੁਕਾਮ ਨਾਮ ਹੈ ਟਿਕਾਣੇ ਦਾ, ਉਹ ਕੀ ਹੈ? ਕਹਿੰਦੇ ਰਹੀਮ। ਇੱਕ ਰੱਬ ਹੀ, ਇੱਕ ਵਾਹਿਗੁਰੂ ਪਰਮਾਤਮਾ ਹੀ ਮਨੁੱਖ ਦਾ ਸਦੀਵੀ ਟਿਕਾਣਾ ਹੈ। ਇਸੇ ਕਰਕੇ ਬਾਣੀ ਉਹਨਾਂ ਦੇ ਪਰਥਾਏ ਕਹਿੰਦੀ ਹੈ ਜਨਮ ਮਰਨ ਦੋਹੂ ਮੈਂ ਨਾਹੀ। ਪਰ ਦੁਨੀਆ 'ਚ ਹਰੇਕ ਬੰਦਾ ਜੰਮਦਾ, ਹਰੇਕ ਬੰਦਾ ਮਰਦਾ ਹੈ। ਬਾਣੀ ਕਹਿੰਦੀ ਜੰਮਦੇ ਮਰਦੇ ਨਹੀਂ। ਕੌਣ? ਜਨ ਪਰਉਪਕਾਰੀ ਆਏ, ਜਿਹੜੇ ਪਰਉਪਕਾਰ ਕਰਨ ਆਏ ਆ। ਇਹ ਪੰਕਤੀਆਂ ਅਸੀਂ ਕੱਪੜਿਆਂ ਨਾਲ ਜੁੜੇ ਲੋਕਾਂ ਤੇ ਲਾਈ ਜਾਂਦੇ ਆ। ਇਹ ਪਤਾ ਕਿਹਨੇ ਪਰਥਾਈ ਦੀ ਪੰਕਤੀ? ਬ੍ਰਹਮ ਗਿਆਨੀ। ਇੱਥੇ ਤੇ ਜਿਹੜਾ ਮਰਿਆ ਹੁੰਦਾ ਸ਼ੂਗਰ ਨਾਲ, ਉੱਥੇ ਵੀ ਲੋਕੀ ਗਾਈ ਜਾਂਦੇ, ਕਹਿੰਦੇ ਜੀ ਇੱਥੇ ਪਰਉਪਕਾਰੀ ਆਏ ਸੀ ਜੱਗ ਤੇ, ਇਹ ਤੇ ਜੰਮਣ ਮਰਨ ਤੋਂ ਰਹਿਤ ਸੀ, ਵੀ ਸਾਲ ਪਹਿਲਾਂ ਤੇ ਭੋਗ ਪਾਇਆ ਸਤਿਨਾਮ। ਇਹ ਅਵਸਥਾ ਦਾ ਵਾਚਕ ਹੈ। ਮਹਾਰਾਜ ਕਹਿੰਦੇ ਉਹ ਜੰਮਣ ਤੇ ਮਰਨ ਤੋਂ ਰਹਿਤ ਨੇ, ਜੋ ਪਰਉਪਕਾਰੀ ਆਏ। ਪਰਉਪਕਾਰੀ ਕੌਣ? ਪਰਮ ਪਿਆਰੇ ਪਰਮੇਸ਼ਵਰ ਦੇ ਪਿਆਰੇ। ਉਹਨਾਂ ਦਾ ਮਕਸਦ ਕੀ ਸੀ?
ਜੀ ਦਾਨ ਤੇ ਭਗਤੀ ਲਾਇਨ। ਉਹਨਾਂ ਨੇ ਆਪਣਾ ਜੀ ਦਾਨ ਕੀਤਾ, ਆਪਾਂ ਸਮਰਪਿਤ ਕੀਤਾ ਸਮਾਜ ਤੋਂ। ਰੱਬ ਦੇ ਪਿਆਰੇ ਸੀ, ਉਹਨਾਂ ਨੇ ਨਹੀਂ ਕਿਹਾ ਇਹ ਮੇਰਾ ਡੇਰਾ ਹੈ, ਮੇਰੀ ਜ਼ਮੀਨ ਹੈ, ਮੇਰਾ ਪਰਿਵਾਰ ਹੈ, ਨਹੀਂ, ਜੀ ਦਾਨ ਦੇ ਭਗਤੀ ਲਾਇਨ। ਆਪਣਾ ਆਪ ਉਹਨਾਂ ਦਾਨ ਵਿੱਚ ਦਿੱਤਾ, ਠੋਕਰਾਂ ਖਾਧੀਆਂ। ਭਗਤ ਪੂਰਨ ਸਿੰਘ ਜੀ ਦਾ ਜੀਵਨ ਪੜ੍ਹਿਓ, ਇਹੋ ਜਿਹਾ ਪਰਉਪਕਾਰੀ ਕਿੱਥੇ ਮਿਲੂ, ਜਿਨੇ ਰੋਗੀਆਂ ਦੇ ਕੀੜੇ ਕੱਢੇ, ਗੰਦਗੀ ਚੁੱਕੀ, ਸਾਰੀ ਜ਼ਿੰਦਗੀ ਉਹਨਾਂ ਨੂੰ ਮੋਢਿਆਂ ਤੇ ਚੁੱਕ ਕੇ ਰੱਖਿਆ, ਗਲ ਨਾਲ ਲਾ ਕੇ ਰੱਖਿਆ। ਉਹ ਪਰਉਪਕਾਰੀ ਰੱਬ ਦੇ ਪਿਆਰੇ ਬੰਦਗੀ ਵਾਲੇ ਆ ਨਾ। ਲਾਸਟ ਵਿੱਚ ਮਹਾਰਾਜ ਕੀ ਕਹਿੰਦੇ ਆ? ਹਰ ਸਿਓ ਲੈਣ ਮਿਲਾਏ। ਜਿਹੜਾ ਆਪ ਵਾਹਿਗੁਰੂ ਨਾਲ ਮਿਲਿਆ, ਇੱਕ ਮਿਕ ਹੋ ਗਿਆ, ਕਹਿੰਦੇ ਉਹ ਹਰੀ ਨਾਲ ਮਿਲਾ ਲੈਂਦੇ ਆ, ਉਹਨੂੰ ਆਪਣਾ ਰੂਪ ਬਣਾ ਲੈਂਦੇ ਆ। ਜਿਵੇਂ ਸੋਨਾ ਕਿਸੇ ਨੂੰ ਸੋਨਾ ਨਹੀਂ ਬਣਾ ਸਕਦਾ, ਹੀਰਾ ਭਾਵੇਂ ਲੱਖ ਮਹਿੰਗਾ ਹੈ, ਕਿਸੇ ਨੂੰ ਹੀਰਾ ਨਹੀਂ ਬਣਾ ਸਕਦਾ, ਪਰ ਪਾਰਸ ਦੀ ਵੱਟੀ 'ਚ ਇੱਕ ਗੁਣ ਹੈ, ਕਿਸੇ ਵੀ ਧਾਤ ਨੂੰ ਛੋਜੇ ਸੋਨਾ ਬਣਾ ਦਿੰਦਾ, ਸੋਨਾ ਬਣਾ ਦਿੰਦਾ ਸਾਰਿਆਂ ਨੂੰ, ਪਰ ਪਾਰਸ ਕਿਸੇ ਨੂੰ ਪਾਰਸ ਨਹੀਂ ਬਣਾ ਸਕਦਾ। ਰੱਬ ਦੇ ਪਿਆਰੇ ਇਹ ਤੂਚੇ ਨੇ ਜਿਹੜੇ ਜੰਮਣ ਮਰਨ ਤੋਂ ਰਹਿਤ ਨੇ। ਉਹ ਕੌਣ ਸੀ? ਚਰਖੜੀਆਂ ਤੇ ਚੜ ਗਏ, ਆਰਿਆਂ ਨਾਲ ਜੀਰੇ ਗਏ। ਕਦੇ ਕਿਸੇ ਸਿੱਖ ਨੇ ਬਰਸੀ ਮਨਾਈ ਉਹਨਾਂ ਦੀ? ਦੱਸਿਓ ਜੀ। ਜਿਨ੍ਹਾਂ ਨੇ ਕੌਮ ਲਈ ਆਪਾ ਕੁਰਬਾਨ ਕੀਤਾ, ਉਹ 40 ਚਮਕੌਰ ਦੇ ਯੁੱਧ ਵਿੱਚ ਆਪਾ ਕੁਰਬਾਨ ਕਰ ਗਏ, ਮੁਕਤਸਰ ਦੀ ਜੰਗ ਵਿੱਚ। ਕਦੇ ਕਿਸੇ ਨੇ ਮਨਾਈ ਬਰਸੀ ਉਹਨਾਂ ਦੀ? ਨਹੀਂ ਨਾ। ਲੋੜ ਵੀ ਕੀ ਹੈ? ਕਿਉਂਕਿ ਜਿਨ੍ਹਾਂ ਨੇ ਆਪਾ ਕੁਰਬਾਨ ਗੁਰੂ ਲਈ ਕੀਤਾ, ਉਹ ਸਾਡੇ ਲਈ ਜ਼ੀਰੋ ਨੇ। ਜਿਹਨੇ ਸਾਰੀ ਜ਼ਿੰਦਗੀ ਮੰਗ ਕੇ ਰੋਟੀਆਂ ਖਾਧੀਆਂ ਤੇ ਖਵਾਈਆਂ, ਉਹ ਅੱਜ ਕੌਮ ਦੇ ਹੀਰੋ ਨੇ। ਤਾਈਓ ਪੱਠਾ ਬੈਠਿਆ ਸਤਨਾਮ। ਅੱਜ ਵਿਹਲੜ ਬੰਦਿਆਂ ਦਾ ਯੁੱਗ ਹੈ। ਕਿਰਤ ਕਰਨ ਵਾਲੇ, ਨਾਮ ਜਪਣ ਵਾਲੇ, ਵੰਡ ਛਕਣ ਵਾਲਿਆਂ ਦੀ ਮਾਫ ਕਰਿਓ ਇਸ ਸਮਾਜ ਵਿੱਚ ਕੋਈ ਕਦਰ ਨਹੀਂ। ਪਰਖ ਲਓ ਅੱਜ ਕੌਮ ਕਿਹੜੇ ਹਾਲਾਤਾਂ 'ਚ ਤੁਰੀ ਫਿਰਦੀ, ਕਿਉਂ ਹੈ? 12,484 ਕੁ ਪਿੰਡ ਨੇ ਪੰਜਾਬ 'ਚ। ਸਰਵੇ ਆਇਆ ਹੈ, ਇਹ 'ਚ ਡੇਰੇ ਕਿੰਨੇ ਕੁ ਹੋਣਗੇ ਜੀ ਤੁਸੀਂ ਦੱਸਿਓ? 14,760 ਡੇਰਾ ਹੈ ਪੰਜਾਬ 'ਚ। ਕਹੋ ਧੰਨ ਬਾਬਾ ਨਾਨਕ, ਕਹੋ ਸਤਿਨਾਮ। ਕੀ ਕਰੋਗੇ? ਕਿੰਨੇ ਪੀਰਖਾਨੇ ਬਣੇ ਥਾਂ ਥਾਂ ਤੇ, ਕਿੰਨੀਆਂ ਉਹ ਮੜੀਆਂ ਬਣੀਆਂ ਨੇ ਜਿਨ੍ਹਾਂ ਦੀ ਪੂਜਾ ਹੋ ਰਹੀ ਹੈ, ਮਕਬਰੇ ਬਣਾ ਦਿੱਤੇ ਗਏ। ਗੁਰੂ ਘਰਾਂ ਦੇ ਵਿੱਚ ਅੱਜ ਬੰਦਗੀ ਗਾਇਬ ਹੋ ਗਈ। ਕਿਉਂ? ਕਿਉਂਕਿ ਪ੍ਰੇਮ ਨਹੀਂ ਰਿਹਾ, ਦਿਖਾਵਾ ਰਹਿ ਗਿਆ। ਪਰ ਜਿਨ੍ਹਾਂ ਦੇ ਪੱਲੇ ਨਾਮ ਹੈ, ਉਹ ਅੱਜ ਵੀ ਜਪਦੇ ਆ, ਅੱਜ ਵੀ ਸੁਣਦੇ ਆ, ਅੱਜ ਵੀ ਉਹ ਸਤਸੰਗ ਵਿੱਚ ਆਉਂਦੇ ਆ। ਸੰਗਤ ਕਰਨ ਵਾਲੀਆਂ ਸੰਗਤਾਂ ਧੰਨ ਹੁੰਦੀਆਂ ਨੇ। ਗੁਰੂ ਬਾਬਾ ਜੀ ਨੇ ਸਪਸ਼ਟ ਕਹਿ ਦਿੱਤਾ ਕਿ ਜੋ ਪਰਉਪਕਾਰੀ ਨੇ, ਜਿਨ੍ਹਾਂ ਨੇ ਆਪਣਾ ਆਪ ਨਿਸ਼ਾਵਰ ਕੀਤਾ, ਆਪਾ ਕੁਰਬਾਨ ਕਰ ਦੇਣਾ ਪਰਉਪਕਾਰ ਹੁੰਦਾ ਏ। ਉਹਨਾਂ ਤਾਂ ਕੀਤਾ, ਕਹਿੰਦੇ ਸਾਨੂੰ ਵਾਹਿਗੁਰੂ ਨੇ ਭੇਜਿਆ ਹੀ ਇੱਥੇ ਤਾਂ ਅਸੀਂ ਦੁਨੀਆ ਤੇ ਵੀ ਜੱਗ ਦਾ ਉਧਾਰ ਕਰੋ। ਇਕੱਠਾ ਨਾ ਕਰੋ ਕੁਛ, ਜੋ ਕੁਝ ਦਰਗਾਹ ਤੋਂ ਲੈ ਕੇ ਆਏ ਹੋ ਨਾ, ਇੱਥੇ ਦੱਬੇ ਕੁਚਲੇ ਲੋਕਾਂ ਨੂੰ ਵੰਡ ਜਾਓ, ਇਹਨਾਂ ਨੂੰ ਸਿੱਧੇ ਰਾਹ ਪਾ ਜਾਓ। ਮਹਾਰਾਜ ਕਹਿੰਦੇ ਉਹ ਇੱਕ ਮੁਕਾਮ ਤੋਂ ਆਏ, ਉਸੇ ਮੁਕਾਮ ਤੇ ਚਲੇਗੇ। ਮੁਕਾਮ ਨਾਮ ਟਿਕਾਣੇ ਦਾ। ਟਿਕਾਣਾ ਕਿਹੜਾ ਉਹਨਾਂ ਦਾ? ਬੰਦਗੀ ਵਾਲਿਆਂ ਦਾ, ਸੰਤਾਂ ਮਹਾਂਪੁਰਖਾਂ ਦਾ। ਟਿਕਾਣਾ ਹੈ ਸੱਚਖੰਡ। ਕਿਹੜਾ ਸੱਚਖੰਡ? ਜਿਹਦੇ ਬਾਰੇ ਸਾਹਿਬ ਕਹਿੰਦੇ ਸੱਚਖੰਡ ਵਸੈ ਨਿਰੰਕਾਰ। ਉਹਦੇ ਘਰ ਜਿੱਥੇ ਨਿਰੰਕਾਰ ਜੀ ਵਸਦੇ ਆ, ਉੱਥੇ ਉਹਦੇ ਪਿਆਰੇ ਵਸਦੇ ਨੇ। ਕਾਮ ਤਿਸਨੋ ਆਖੀਐ, ਜਿਸ ਸਿਸ ਨਾ ਹੋਵੇ ਲੇਖ। ਬੜੇ ਸੋਹਣੇ ਬਚਨ ਸਾਹਿਬਾਨ ਨੇ ਮਦੀਨੇ ਦੀ ਧਰਤੀ ਤੇ ਆਖੇ। ਕਹਿੰਦੇ ਮੁਕਾਮ ਤਿਸਨੋ ਆਖੀਐ। ਮੁੱਲਾ ਪੁੱਛਦੇ, ਕਹਿੰਦੇ ਬਾਬਾ ਫਿਰ ਤੇਰੇ ਹਿਸਾਬ ਨਾਲ ਕਿਹੜਾ ਟਿਕਾਣਾ ਪੱਕਾ ਹੈ? ਕਿਹੜਾ ਟਿਕਾਣਾ ਪੱਕਾ ਜੀ? ਗੁਰੂ ਸਾਹਿਬ ਨੇ ਫਿਰ ਉੱਥੇ ਸਭ ਨੂੰ ਲਪੇਟਿਆ, ਕਿਸੇ ਨੂੰ ਨਹੀਂ ਬਖਸ਼ਿਆ। ਪਖੰਡ ਵਾਲਾ ਕੋਈ ਵੀ ਹੋਵੇ, ਕਿਸੇ ਮਜ਼ਹਬ ਦਾ ਹੋਵੇ, ਕਹਿੰਦੇ ਜਿਸ ਸਿਸ ਨਾ ਹੋਵੀ ਲੇਖ। ਸਿਸ ਨਾਮ ਹੈ ਸਿਰ ਦਾ, ਜਿਹਦੇ ਸਿਰੇ ਉੱਤੇ ਕੋਈ ਲੇਖਾ ਜੋਖਾ ਨਾ ਹੋਵੇ, ਧਰਮਰਾਜ ਦਾ। ਕਹਿੰਦੇ ਉਹ ਉਸ ਨਿਰੰਕਾਰ ਦੇ ਟਿਕਾਣੇ ਦੇ ਅਸਲ ਮਾਲਕ ਨੇ। ਇੱਥੇ ਤੇ ਸਾਡੀ ਲੋਕਾਂ ਨਾਲ ਦੇਣਦਾਰੀ ਬਹੁਤ ਹੈ ਜੀ, ਧਰਮਰਾਜ ਨਾਲ ਤੇ ਫਿਰ ਪੱਕੇ ਖਾਤੇ ਆ। ਜਨਮਾਂ ਦੇ ਚੱਲਦੇ ਆ ਆਪਣੇ ਤੇ। ਪਤਾ ਨਹੀਂ ਕਿਹੜੇ ਕਿਹੜੇ ਜਨਮ 'ਚ ਕਿਹੜੇ ਕਿਹੜੇ ਪਾਪ ਕੀਤੇ, ਕੁਝ ਭੁਗਤੀ ਜਾਣੇ, ਕੁਝ ਭੁਗਤ ਲੈਣੇ ਆ। ਇਹ ਤੇ ਕੱਲਾ ਕੱਲਾ ਸਾਹ ਨਾਲ ਕੀਤਾ ਮਾੜਾ ਉਗਣ ਭੁਗਤਦਾ ਮਨੁੱਖ। ਗੁਰੂ ਸਾਹਿਬ ਕਹਿੰਦੇ ਜਿਸ ਸਿਸ ਨਾ ਹੋਵੀ ਲੇਖ। ਦੁਨੀਆ ਤੇ ਆਏ ਜਿਨ੍ਹਾਂ ਦੇ ਸਿਰ ਤੇ ਕੋਈ ਭਾਰ ਨਹੀਂ, ਨਾ ਕਿਸੇ ਤੇ ਭਾਰ ਬਣੇ, ਲੇਖਾ ਜੋਖਾ ਕੋਈ ਨਹੀਂ। ਕਹਿੰਦੇ ਉਹ ਨਿਸ਼ਾਨੀ ਹੈ
ਵੀ ਉਹ ਸੱਚਖੰਡ ਤੋਂ ਆਏ ਨੇ। ਆਖੋ ਸਤਨਾਮ। ਰੱਬ ਦੇ ਪਿਆਰੇ ਸੱਚਖੰਡੀ ਨੇ। ਤੇ ਨਰਕ ਦੀ ਨਿਸ਼ਾਨੀ ਕੀ ਹੁੰਦੀ ਹੈ? ਚਾਹੇ ਉਹ ਕਿਸੇ ਵੀ ਧਰਮ ਨਾਲ ਬੰਦਾ ਜੁੜਿਆ ਹੋਵੇ ਨਾ, ਜਦੋਂ ਤੁਸੀਂ ਅੱਗੇ ਜਾਓਗੇ ਗੁਰੂ ਨਾਨਕ ਸਾਹਿਬ ਨੇ ਸਿੱਧਾ ਨੂੰ ਨਿਸ਼ਾਨੀਆਂ ਦੱਸੀਆਂ ਨੇ। ਕਹਿੰਦੇ ਨਰਕ ਚੋਂ ਆਏ ਬੰਦੇ ਦੀ ਨਿਸ਼ਾਨੀ ਆ ਉਹ ਟੱਬਰ ਦੇ ਮੂੰਹ ਚ ਗਲਤਾਂ, ਮਾਇਆ ਦਾ ਲੋਭੀ, ਮਾਇਆ ਦਾ ਲਾਲਚੀ ਹੋਏਗਾ। ਸਵਰਗ ਤੋਂ ਆਏ ਬੰਦੇ ਦੀ ਪਛਾਣ ਕੀ ਹੈ? ਕਹਿੰਦੇ ਦਿਲ ਬਹੁਤ ਵੱਡਾ ਹੈ, ਪਰਉਪਕਾਰੀ ਹੋਏਗਾ, ਆਪਣਾ ਤੇ ਆਪਣੇ ਵਾਰਿਆਂ ਬਾਰੇ ਕਦੇ ਨਹੀਂ ਸੋਚਦਾ। ਅੱਜ ਵੀ ਸਾਰ ਕਿਤਾਬਲੀ ਵਰਗੇ ਧਾਰਮਿਕ ਸ਼ਾਸਤਰ ਪੜ੍ਹ ਕੇ ਵੇਖੋ, ਜ਼ਿਕਰ ਕੀਤਾ ਹੋਇਆ ਨਿਸ਼ਾਨੀਆਂ ਦੱਸੀਆਂ ਨੇ। ਜੇ ਉਹ ਨਿਸ਼ਾਨੀਆਂ ਪੜ੍ਹ ਲਓ ਪਤਾ ਲੱਗ ਜਾਣਾ ਸੀ ਆਏ ਕਿੱਥੋਂ ਹੋਏ। ਤੇ ਰੱਬ ਦੇ ਪਿਆਰੇ ਪਰਉਪਕਾਰੀ ਨੇ, ਜਿਹੜੇ ਪਰਉਪਕਾਰ ਲਈ ਆਉਂਦੇ ਆ, ਕਹਿੰਦੇ ਰੱਬ ਦੇ ਘਰ ਤੋਂ ਆਉਂਦੇ ਆ, ਉਸੇ ਦੇ ਘਰ ਰੁਕ ਜਾਂਦੇ ਆ, ਕਿਉਂਕਿ ਉਸੇ ਦਾ ਸਰੂਪ ਆ। ਜਿਸ ਸਿਸ ਨਾ ਹੋਈ ਲੇਖ, ਜਿਨ੍ਹਾਂ ਦੇ ਸਿਰ ਤੇ ਧਰਮ ਰਾਜ ਦਾ ਕੋਈ ਲੇਖਾ ਜੋਖਾ ਨਹੀਂ। ਅਸਮਾਨ ਧਰਤੀ ਚਲਸੀ ਮੁਕਾਮ ਉਹੀ ਏਕ। ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਕ। ਗੁਰੂ ਸਾਹਿਬ ਕਹਿੰਦੇ ਆ ਅਸਮਾਨ ਹੈ ਜਿਹੜਾ ਨਾਸ਼ਵੰਤ ਹੈ, ਧਰਤੀ ਚੱਲ ਸੀ ਤੋਂ ਭਾਵ ਖਤਮ ਹੋਣ ਵਾਲੇ ਨੇ। ਧਰਤੀ ਵੀ ਇੱਕ ਦਿਨ ਮੁੱਕ ਜਾਣੀ ਹੈ। ਬੜੀ ਵਾਰ ਖਤਮ ਹੋਈ, ਬੜੀ ਵਾਰ ਗਰਕੀ, ਬੜੀ ਵਾਰ ਬਣੀ ਹੈ। ਤੇ ਲੱਖਾਂ ਕਰੋੜਾਂ ਧਰਤੀਆਂ ਨੇ। ਕਹਿੰਦੇ ਮੁਕਾਮ ਉਹੀ ਏਕ, ਇੱਕ ਹੀ ਟਿਕਾਣਾ ਇਸ ਬ੍ਰਹਿਮੰਡ ਦਾ ਹੈ, ਉਹ ਹੈ ਸੱਚਾ ਨਿਰੰਕਾਰ ਵਾਹਿਗੁਰੂ। ਆਖੋ ਸਤਨਾਮ। ਇਹ ਸ਼ਬਦਾਂ ਦੇ ਅਰਥ ਬਹੁਤ ਗਹਿਰੇ ਆ। ਜੇ ਸਾਡੀ ਅਵਸਥਾ ਉੱਥੇ ਤੱਕ ਆ ਨਾ ਤਾਂ ਟੱਚ ਕਰਨਗੇ ਹੋਵੇ, ਨਹੀਂ ਤੇ ਵਾਸੀਆਂ ਮਾਰੀ ਜਾਣੀਆਂ ਬੈਠੀਆਂ। ਨੀਂਦ ਆਊਗੀ, ਪਰ ਜਿਨ੍ਹਾਂ ਨੂੰ ਸਮਝ ਆ ਰਹੀ ਹੈ, ਜਿਨ੍ਹਾਂ ਦਾ ਅੰਦਰ ਗਹਿਰਾ ਨਾ, ਗੁਰੂ ਨਾਨਕ ਸਾਹਿਬ ਦੇ ਬੋਲ ਅੰਦਰ ਚੀਰਦੇ ਜਾਂਦੇ ਆ। ਸਤਿਗੁਰ ਕਹਿੰਦੇ ਅਸਮਾਨ ਚਲਾਏਮਾਨ ਹੈ, ਧਰਤੀ ਚਲਾਏਮਾਨ ਹੈ, ਬਸ ਇੱਕ ਨਹੀਂ ਨਾਸ਼ਵਾਨ ਪਰਮੇਸ਼ਰ, ਤੇ ਉਹਦੀ ਪੂਰੀ ਉਹਦਾ ਰੂਪ ਹੈ। ਦਿਨ ਰਵ ਚੱਲੇ ਨਿਸ ਸਸ ਚੱਲੇ ਤਾਰ ਕਾ ਲਖ ਭਲੋਏ। ਕਹਿੰਦੇ ਦਿਨ ਰਵ ਚੱਲੇ, ਆ ਦਿਨ ਰੋਜ਼ ਚੜ੍ਹਦਾ ਰੋਜ਼ ਢਲਦਾ। ਕਿਉਂ? ਕਿਉਂਕਿ ਰਵ ਸੂਰਜ ਚੱਲ ਰਿਹਾ ਹੈ, ਘੁੰਮ ਰਿਹਾ, ਧਰਤੀ ਵੀ ਘੁੰਮ ਰਹੀ ਹੈ। ਨਿਸ ਸਸ ਚੱਲੇ, ਕਹਿੰਦੇ ਰਾਤ ਦਾ ਚੰਦਰਮਾ ਵੀ ਚੱਲਦਾ ਹੈ। ਤਾਰ ਕਾ ਲਖ ਭਲੋਏ, ਲੱਖਾਂ ਤਾਰੇ ਪਰਲੋ ਆਇਆ ਨਾਸ਼ ਹੋ ਜਾਂਦੇ ਆ। ਲੱਖਾਂ ਚੰਦ ਸੂਰਜ ਨਾਸ਼ ਹੋ ਰਹੇ ਨੇ। ਚੱਲੇ ਤੋਂ ਭਾਵ ਖਤਮ ਹੁੰਦੇ। ਇਸੇ ਕਰਕੇ ਸਾਇੰਸ ਕਹੀ ਜਾਂਦੀ ਹੈ ਨਾ, ਇੰਨੇ ਅਰਬ ਕਰੋੜ ਸਾਲ ਪਹਿਲਾਂ ਬਣਿਆ, ਇੰਨੇ ਕੁ ਸਾਲ ਹੋਰ ਚੱਲੂ ਸੂਰਜ। ਇਹ ਤੇ ਚਲੋ ਇਹਨਾਂ ਦੇ ਜੱਗ ਤੱਕ ਜਿਹੀ ਆ ਨਾ, ਪਰ ਗੁਰਬਾਣੀ ਨੇ ਸਪਸ਼ਟ ਕਿਹਾ ਹੈ ਦਿਨ ਰਬ ਚੱਲੈ ਨਿਸ ਸੱਸ ਚੱਲੈ ਤਾਰ ਕਾ ਲਖ ਬਲੋਏ। ਕਹਿੰਦੇ ਭਾਈ ਲੱਖਾਂ ਕਰੋੜਾਂ ਅਰਬਾਂ ਤਾਰੇ ਟੁੱਟਦੇ ਰਹਿੰਦੇ ਆ, ਬਣਦੇ ਰਹਿੰਦੇ ਆ। ਸੂਰਜ ਵੀ ਇੱਕ ਤਾਰਾ ਏ, ਚੰਦ ਵੀ ਇੱਕ ਤਾਰਾ ਹੈ। ਕਦੇ ਸਾਇੰਸ ਪੜ੍ਹਿਓ, ਅੱਜ ਦਾ ਅਜੋਕਾ ਵਿਗਿਆਨ ਪੜ੍ਹੋ, ਫਿਰ ਪਤਾ ਲੱਗਦਾ ਹੈ ਜਿਸ ਸੂਰਜ ਨੂੰ ਅਸੀਂ ਬ੍ਰਹਿਮੰਡ ਵਿੱਚ ਸਭ ਤੋਂ ਵੱਡਾ ਮੰਨੀ ਫਿਰਦੇ ਆ, ਪਤਾ ਨਹੀਂ ਇਹੋ ਜਿਹੇ ਕਿੰਨੇ ਕੁ ਸੂਰਜ ਨੇ, ਕਿੰਨੇ ਕੁ ਰੱਬ ਨੇ ਬਣਾਏ ਹੋਏ ਆ। ਉਹਦੇ ਲਈ ਤੇ ਇੱਕ ਰੇਤ ਦੇ ਦਾਣੇ ਦੇ ਸਮਾਨ ਨੇ। ਇਹ ਸਭ ਖਤਮ ਹੋਣ ਵਾਲੇ ਨੇ। ਜੇ ਚੰਦ ਸੂਰਜ ਧਰਤੀ ਖਤਮ ਹੋਣ ਵਾਲੀ ਹੈ ਤੇ ਬੰਦੇ ਦੀ ਕੀ ਔਕਾਤ। ਆਖੋ ਸਤਨਾਮ। ਆ ਸਮਝਾਉਂਦੇ ਆ ਮਹਾਰਾਜ। ਕਹਿੰਦੇ ਇਹ ਬ੍ਰਹਿਮੰਡ ਵੀ ਕਿੰਨੀ ਵਾਰ ਢੱਠਾ, ਕਿੰਨੀ ਵਾਰ ਬਣਿਆ ਏ। ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ। ਸ਼ਬਦ ਦੀ ਸਮਾਪਤੀ ਕਰਦੇ ਕਹਿੰਦੇ ਆ ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ। ਗੁਰੂ ਸਾਹਿਬ ਕਹਿੰਦੇ ਇੱਕ ਮੁਕਾਮ ਉਹੀ ਸੱਚਾ ਏ। ਕਿਹੜਾ? ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸ਼ਬਦ ਦੀ ਸਮਾਪਤੀ ਕਰਦੇ ਨਾਮ ਦੀ ਮੋਹਰ ਛਾਪ ਲਾ ਕੇ ਕਹਿੰਦੇ ਨਾਨਕਾ ਸੱਚ ਬਗੋਏ। ਅਰਬੀ ਚ ਬੋਲਣ ਨੂੰ ਕਹਿੰਦੇ ਬਗੋਏ। ਗੁਰੂ ਸਾਹਿਬ ਕਹਿੰਦੇ ਸੱਚ ਬੋਲ ਰਹੇ ਆ, ਸੱਚੀ ਗੱਲ ਕਹਿ ਰਹੇ ਆ। ਇੱਕ ਵਾਹਿਗੁਰੂ ਤੋਂ ਬਿਨਾ ਪੂਰੀ ਦੁਨੀਆ, ਪੂਰੇ ਬ੍ਰਹਿਮੰਡ ਦਾ ਕੋਈ ਟਿਕਾਣਾ ਹੀ ਨਹੀਂ। ਆਖੋ ਸਤਨਾਮ। ਕਿੰਨੀਆਂ ਧਰਤੀਆਂ ਬਣੀਆਂ, ਕਿੰਨੀਆਂ ਗਰਕ ਹੋਈਆਂ। ਹੁਣ ਤੇ ਗੱਲ ਹੀ ਬਹੁਤ ਵੱਡੀ ਕਹਿਤੀ ਤੇ ਬੰਦੇ ਦੀ ਤੇ ਗੱਲ ਹੀ ਕੁਛ ਨਹੀਂ ਰਹੀ। ਸਾਹਿਬ ਕਹਿੰਦੇ ਕਿਹੜੇ ਮੁਹੰਮਦ ਦੀਆਂ ਕਬਰਾਂ ਦੀਆਂ ਗੱਲਾਂ ਕਰਦੇ ਹੋ, ਕਿਸ ਮੱਕੇ ਤੇ ਮਦੀਨੇ ਦੇ ਮੁਕਾਮ ਦੀ ਗੱਲ ਕਰਦੇ ਹੋ। ਜੇ ਧਰਤੀ ਬਣਦੀ ਢਹਿੰਦੀ ਹੈ ਤੇ ਆ ਧਾਰਮਿਕ ਥਾਂ ਕਿੰਨੀ ਵਾਰੀ ਬਣੇ ਹੋਣੇ ਤੇ ਕਿੰਨੀ ਵਾਰ ਖਤਮ ਹੋਏ ਹੋਣੇ। ਸੋਚੋ ਜੀ, ਜੋ ਬੰਦਾ ਹੀ ਨਹੀਂ ਰਿਹਾ ਇੱਥੇ, ਕਿੰਨੀ ਵਾਰ ਤੁਸੀਂ ਧਾਰਮਿਕ ਸ਼ਾਸਤਰ ਪੜ੍ਹਦੇ ਹੋ। ਕਹਿੰਦੇ ਮਹਾਪਰਲੋ ਆਈ, ਦੁਨੀਆ ਤੇ ਰਿਹਾ ਹੀ ਕੋਈ ਨਹੀਂ, ਫੇਰ ਮਨੁੱਖ ਪੈਦਾ ਹੋਇਆ, ਫੇਰ ਸ੍ਰਿਸ਼ਟੀ ਚੱਲੀ ਹੈ। ਫਿਰ ਧਾਰਮਿਕ ਸਥਾਨ ਰਹੇ ਹੋਣਗੇ ਤੇ ਇਸਲਾਮ ਦੀਆਂ ਤਵਾਰੀਖਾਂ ਮੰਨਦੀਆਂ ਨੇ
ਵੀ ਕਈ ਹਜ਼ਾਰ ਸਾਲ ਆਬੇ ਜਮਜਮ ਦਾ ਕੂਆ ਗਾਇਬ ਸੀ, ਕਾਬਾ ਉਹ ਵੀ ਗਾਇਬ ਹੋ ਗਿਆ। ਗੁਰੂ ਸਾਹਿਬ ਕਹਿੰਦੇ ਐ ਮੁੱਲਿਓ, ਨਾ ਸਰੀਰ ਸਥਿਰ ਹੈ ਨਾ ਦੁਨੀਆ ਸਥਿਰ ਹੈ, ਤੁਸੀਂ ਤੇ ਭੁਲੇਖਾ ਪਾਈ ਫਿਰਦੇ ਵੀ ਇਹ ਘਰ ਟਿਕਾਊਗਾ ਹੈ। ਇੱਕੋ ਹੀ ਟਿਕਾਣਾ ਪਰਮੇਸ਼ਰ ਹੈ, ਉਹ ਤੋਂ ਬਿਨਾ ਜਗ ਤੇ ਕੁਝ ਹੋਰ ਨਹੀਂ। ਦੋਹਰਾ ਸ਼ਬਦ ਪੜਿਓ ਸ੍ਰੀ ਬਦਨ ਜਬ, ਨਿਵੀ ਗੋਰ ਪਦ ਔਰ, ਨਮਸਕਾਰ ਕਰ ਪੁਨ ਉਠੇ, ਠਹਿਰਾਨੀ ਨਿਜ ਠੋਰ। ਭਾਈ ਬਾਲਾ ਜੀ ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਨਾਨਕ ਸ਼ਬਦ ਬੋਲ ਕੇ ਸ਼ਬਦ ਸਮਾਪਤ ਕੀਤਾ, ਰਬਾਬ ਬੰਦ ਹੋਈ, ਮੁਹੰਮਦ ਸਾਹਿਬ ਦੀ ਕਬਰ ਆਪਣੀ ਥਾਂ ਤੋਂ ਉੱਠੀ। ਗੁਰੂ ਨਾਨਕ ਸਾਹਿਬ ਜੀ ਦੇ ਚਰਨ ਜਿਸ ਪਾਸੇ ਸੀ, ਕਹਿੰਦੇ ਸੀਸ ਉਸ ਕਬਰ ਨੇ ਟੇਕਿਆ, ਮੱਥਾ ਟੇਕਿਆ, ਝੁਕੀ। ਝੁਕਣ ਤੋਂ ਬਾਅਦ ਮੁੱਲਿਆਂ ਮੌਲਵੀਆਂ ਦੇ ਸਾਹਮਣੇ ਆਪਣੀ ਥਾਂ ਤੇ ਸਥਾਪਿਤ ਹੋ ਗਈ। ਆਖੋ ਸਤਿਨਾਮ। ਕਹਿੰਦੇ ਅੱਜ ਮਦੀਨੇ ਦੀ ਧਰਤੀ ਤੇ ਬੈਠੇ ਮੁੱਲਾ ਰੋਏ, ਕਾਜ਼ੀ ਰੋਏ, ਹਜ਼ਰਤ ਬਾਬਾ ਗੁਰੂ ਨਾਨਕ ਤੂੰ ਅੱਲਾ ਹੈ, ਤੂੰ ਰਸੂਲ ਹੈ। ਜੇ ਤੈਨੂੰ ਮੁਹੰਮਦ ਸਾਹਿਬ ਦੀ ਕਬਰ ਮੱਥਾ ਟੇਕ ਗਈ, ਉਹ ਤੇ ਅੱਲਾ ਬਿਨਾ ਮੰਨਦਾ ਕਿਸੇ ਨੂੰ ਨਹੀਂ ਸੀ, ਤੇ ਤੂੰ ਆਪ ਹੀ ਰੱਬ ਵਾਹਿਗੁਰੂ ਹੈ। ਇੱਥੇ ਖੇਡਾਂ ਵਾਪਰ ਰਹੀਆਂ, ਸਮਾਂ ਸਮਾਪਤ ਹੈ। ਜਿਵੇਂ ਜਿਵੇਂ ਸੱਚੇ ਪਾਤਸ਼ਾਹ ਕਿਰਪਾ ਕਰਨਗੇ, ਵੇਖੋ ਇਸ ਅੰਮ੍ਰਿਤ ਬਚਨ ਦੀ ਕਿੱਡੀ ਪਾਵਰ ਹੈ, ਕਿੱਡੀ ਤਾਕਤ ਹੈ। ਮੈਂ ਕਹਿੰਦਾ ਜਿਸ ਸਿੱਖ ਕੋਲ ਗੁਰਬਾਣੀ ਹੈ, ਪੜੋ ਤੇ ਸਹੀ ਇਹਦਾ ਸ਼ਬਦਾਂ ਨੂੰ, ਗਾਇਆ ਤਾਂ ਕਰੋ ਕਦੇ। ਕੱਲੇ ਬੈਠੋ, ਗੁਟਕਾ ਸਾਹਿਬ ਪੋਥੀ ਸਾਹਿਬ ਖੋਲੋ, ਉੱਚੀ ਉੱਚੀ ਗਾ ਕੇ ਪੜਿਆ ਕਰੋ, ਵੇਖਿਓ ਆਨੰਦ ਕਿੰਨਾ ਆਉਂਦਾ। ਪਰ ਪਿਆਰਿਓ ਕਿੱਥੇ ਆ ਸਮਾਂ ਸਾਡੇ ਕੋਲ ਗੁਟਕਾ ਸਾਹਿਬ ਦਾ, ਪੋਥੀ ਸਾਹਿਬ ਦਾ। ਮਹਾਰਾਜ ਕਿਰਪਾ ਕਰਨ ਸਾਨੂੰ ਇਹ ਬਾਣੀ ਕੱਲੇ ਬਹਿ ਕੇ ਗਾਉਣ ਦਾ ਕਿਤੇ ਆਨੰਦ ਮਿਲ ਜੇ ਨਾ ਜੀ। ਉਹ ਕਹਿ ਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਕੱਲ ਦੇ ਦੀਵਾਨਾਂ 'ਚ ਆਉਣ ਵਾਲੇ ਪ੍ਰਸੰਗਾਂ ਦਾ ਆਨੰਦ ਮਾਣਾਂਗੇ।